ਸ਼ਾਮਾਂ ਦੀ ਕਲਾਸ ਦੇ ਵਿੱਚ ਆਪਾਂ ਹਰ ਰੋਜ਼ ਨਿਰਮਲ ਪੰਥ ਦੀ ਗੌਰਵ ਗਾਥਾ ਉਹਨਾਂ ਕਮਾਈ ਵਾਲੇ ਮਹਾਂਪੁਰਖਾਂ ਦੇ ਜੀਵਨ ਸਰਵਣ ਕਰਦੇ ਹਾਂ। ਹਰ ਰੋਜ਼ ਆਪ ਸੰਗਤ ਕੁਟੀਆ ਤੇ ਅਥਵਾ ਲਾਈਵ ਜੁੜ ਕੇ ਉਹਨਾਂ ਮਹਾਂਪੁਰਖਾਂ ਦੀਆਂ, ਬਜ਼ੁਰਗਾਂ ਦੀਆਂ, ਸਾਡੇ ਵੱਡ ਵਡੇਰਿਆਂ ਦੀਆਂ ਕੀਤੀਆਂ ਹੋਈਆਂ ਕਾਲ ਕਮਾਈਆਂ ਅੱਜ ਅਸੀਂ ਆਪਣੇ ਗੁਰਦੁਆਰਿਆਂ ਦੇ ਅੰਦਰ ਗੁਰ ਇਤਿਹਾਸ ਸੇਵਾਵਾਂ ਅਥਵਾ ਕਥਾ ਕੀਰਤਨ ਦਾ ਜੋ ਪ੍ਰਵਾਹ ਚੱਲ ਰਿਹਾ ਹੈ, ਕਲਗੀਧਰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਰਲੋਕ ਗਮਨ ਕਰਨ ਤੋਂ ਬਾਅਦ ਜੋਤੀ ਜੋਤ ਸਮਾਉਣ ਤੋਂ ਬਾਅਦ ਬਹੁਤ ਜ਼ਿਆਦਾ ਹਿੰਦੁਸਤਾਨ ਤੇ ਬੇਅੰਤ ਸਾਧ ਸੰਗਤ ਪਹਾੜ ਟੁੱਟਦੇ ਰਹੇ, ਪਰ ਗੁਰੂ ਮਹਾਰਾਜ ਦੇ ਪਾਏ ਹੋਏ ਪੂਰਨਿਆਂ ਤੇ ਸਿੰਘ ਸੂਰਮੇ ਬਹਾਦਰ ਅਥਵਾ ਨਿਰਮਲੇ ਮਹਾਤਮਾ ਮਹਾਂਪੁਰਖ ਜਿਨ੍ਹਾਂ ਤੇ ਸਤਿਗੁਰੂ ਜੀ ਨੇ ਆਪਣਾ ਹੱਥ ਰੱਖਿਆ, ਉਦੋਂ ਤੋਂ ਲੈ ਕੇ ਹੀ ਸੇਵਾਵਾਂ ਵਿੱਚ ਲੱਗੇ ਹੋਏ, ਲਗਾਤਾਰ ਨਿਰੰਤਰ ਹਰੇਕ ਖੇਤਰ ਦੇ ਵਿੱਚ ਸੰਗਤ ਦੀ ਸੇਵਾ, ਸੰਗਤ ਨੂੰ ਉਪਦੇਸ਼, ਗੁਰੂ ਨਾਨਕ ਦੇ ਘਰ ਦਾ ਪੰਧ ਮਾਰਗ ਜੋ ਹੈ ਵਿਦਵਤਾ ਦੁਆਰਾ ਜਦੋਂ ਵੀ ਕੋਈ ਐਸਾ ਸਮਾਂ ਬਣਿਆ, ਵਿਦਵਾਨ ਮਹਾਤਮਾ ਮਹਾਂਪੁਰਖਾਂ ਨੇ ਹਰੇਕ ਸਮੇਂ ਗੁਰੂ ਘਰ ਦੀਆਂ ਸੇਵਾਵਾਂ ਲਈ ਤਤਪਰ ਹੋਣਾ ਕੀਤਾ। ਸੋ ਆਪ ਜੀ ਸਾਰੇ ਇਹ ਪ੍ਰਸੰਗ ਹਰ ਰੋਜ਼ ਸਰਵਣ ਕਰਦੇ ਹੋ। ਕਿਤਨੇ ਧਾਰਮਿਕ ਪੁਸਤਕਾਂ ਗ੍ਰੰਥਾਂ ਦੀ ਰਚਨਾ ਕੀਤੀ ਜੋ ਕਿ ਅੱਜ ਵੀ ਉੱਚ ਕੋਟੀ ਦੇ ਵਿਦਵਾਨ ਇਹਨਾਂ ਗ੍ਰੰਥਾਂ ਪੁਸਤਕਾਂ ਨੂੰ ਪੜ੍ਹ ਕੇ ਸੰਗਤ ਦੇ ਵਿੱਚ ਗੁਰਬਾਣੀ ਤੇ ਗੁਰ ਇਤਿਹਾਸ ਨੂੰ ਪ੍ਰਚਾਰਦੇ ਨੇ। ਉਹਨਾਂ ਕਮਾਈ ਵਾਲੇ ਮਹਾਂਪੁਰਖਾਂ ਦੀਆਂ ਜੀਵਨ ਸਾਖੀਆਂ ਆਪਾਂ ਸੁਣ ਰਹੇ ਹਾਂ। ਪ੍ਰਸੰਗ ਚੱਲ ਰਿਹਾ ਸਤਿਕਾਰਯੋਗ ਬਾਬਾ ਜੀ ਬਾਬਾ ਵੀਰ ਸਿੰਘ ਜੀ ਮਹਾਂਪੁਰਖ ਦਰੰਗਾਬਾਦ ਵਾਲੇ, ਜਿਨ੍ਹਾਂ ਦੀ ਕਮਾਈ ਆਪ ਜੀ ਨੇ ਸੁਣੀ ਹੈ, ਉਹਨਾਂ ਦੀ ਸੇਵਾ, ਉਹਨਾਂ ਦੀ ਕਾਲਣਾ, ਉਹਨਾਂ ਦਾ ਧੀਰਜ, ਉਹਨਾਂ ਦੀਆਂ ਸੇਵਾਵਾਂ ਆਪ ਜੀ ਹਰ ਰੋਜ਼ ਸਰਵਣ ਕਰ ਰਹੇ ਹੋ। ਕੱਲ੍ਹ ਮਹਾਂਪੁਰਖਾਂ ਦਾ ਪਾਵਨ ਪਵਿੱਤਰ ਸਰੀਰ ਉਸ ਵਾਹਿਗੁਰੂ ਜੀ ਵਿੱਚ ਅਭੇਦ ਹੋ ਗਿਆ। ਖੁੱਲਿਆ ਕਰਮ ਕਿਰਪਾ ਪਈ ਠਾਕੁਰ, ਕੀਰਤਨ ਹਰ ਹਰ ਗਾਈ। ਗੁਰਬਾਣੀ ਦੇ ਕੀਰਤਨ ਨੂੰ ਸੁਣਦਿਆਂ ਸੁਣਦਿਆਂ ਉਸ ਵਾਹਿਗੁਰੂ ਜੀ ਵਿੱਚ ਅਭੇਦ ਹੋ ਗਏ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ज्योति ज्योत रली संपूर्ण थिया राम। पवने में पवन समाया ज्योति में जोत रल जाया। उस ब्रह्म विच उन्हां दी जोत अभेद हो गई। कहनी ते करनी दे पूरे महान सूरे महापुरख बाबा जी बाबा वीर सिंह जी ज्योति जोत समा गए। ये प्रसंग आप जी सरवण कर रहे सी। अगे उन्हां तो सत्कारयोग बाबा जी बाबा महाराज सिंह जी जिन्हां नूं अगलियां सेवावां सौंप के
ਕੱਲ੍ਹ ਆਪ ਜੀ ਨੇ ਸੁਣਿਆ ਸੀ ਕਿ ਮਹਾਂਪੁਰਖਾਂ ਦੇ ਨੇਤਰ ਜਿਉਂ ਉਹਨਾਂ ਦੀ ਜਿਹੜੀ ਆਤਮਿਕ ਸ਼ਕਤੀ ਸੀ ਥੱਲਿਓਂ ਲੈ ਕੇ ਹੌਲੀ 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 ਜਦੋਂ ਨੇਤਰਾਂ 'ਚ ਆਈ, ਮਹਾਂਪੁਰਖਾਂ ਨੇ ਨੇਤਰ ਭਰ ਕੇ ਮਹਾਰਾਜ ਸਿੰਘ ਜੀ ਵੱਲ ਦੇਖਿਆ। ਬਸ ਉਹ ਨੇਤਰਾਂ ਥਾਣੀ ਜੋਤ ਜਿਹੜੀ ਸੀ ਉਹ ਬਾਬਾ ਜੀ ਬਾਬਾ ਮਹਾਰਾਜ ਸਿੰਘ ਜੀ ਵਿੱਚ ਪ੍ਰਵੇਸ਼ ਹੋਈ। ਸ਼ਾਇਦ ਇਹਨਾਂ ਗੱਲਾਂ ਨੂੰ ਅੱਜ ਸਾਇੰਸ ਨੂੰ ਕੋਈ ਨਾ ਪਤਾ ਹੋਵੇ, ਸਾਇੰਸ ਮੰਨੇ ਨਾ ਮੰਨੇ, ਪਰੰਤु ਗੁਰਸਿੱਖੀ ਦੇ ਖੇਤਰ ਵਿੱਚ ਸੇਵਕ ਗੁਰੂ ਦਾ ਰੂਪ ਹੁੰਦਾ ਹੈ, ਸਿੱਖ ਗੁਰੂ ਦਾ ਰੂਪ ਹੁੰਦਾ ਹੈ ਤੇ ਗੁਰੂ ਸਿੱਖ ਰੂਪ ਹੋ ਜਾਂਦਾ ਹੈ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੀਂ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖਰ ਸਮਾਹੀ। ਹਰ ਤੇ ਹਰ ਦਾ ਜਨ, ਗੁਰੂ ਦਾ ਸਿੱਖ ਤੇ ਸ਼ਬਦ ਇੱਕ ਸਰੂਪ ਹੋ ਜਾਂਦੇ ਹਨ। ਸੋ ਉਹਨਾਂ ਕਮਾਈ ਵਾਲਿਆਂ ਦੇ ਆਪ ਜੀ ਇਤਿਹਾਸ ਸਰਵਣ ਕਰ ਰਹੇ ਹੋ, ਵਡਭਾਗੇ ਹੋ। ਆਓ ਪਹਿਲੇ ਫਤਿਹ ਪ੍ਰਵਾਨ ਕਰੋ ਸਾਰੀ ਸੰਗਤ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 27 ਵਿਸਾਖ ਸੰਮਤ 1901 ਬਿਕਰਮੀ ਦਿਨ ਮੰਗਲਵਾਰ ਨੂੰ ਸਤਲੁਜ ਦੇ ਕਿਨਾਰੇ 76 ਵਰਸ਼ ਦੀ ਆਯੂ ਵਿੱਚ ਨਿਰਾਕਾਰ ਬ੍ਰਹਮ ਨਾਲ ਬ੍ਰਹਮ ਲੀਨ ਹੋ ਗਏ। ਬਾਬਾ ਮਹਾਰਾਜ ਸਿੰਘ, ਭਾਈ ਜੋਤ ਸਿੰਘ ਅਕਾਲ ਬੁੰਗੇ ਵਾਲੇ, ਭਾਈ ਮੱਖਣ ਸਿੰਘ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸੇਵਾਦਾਰ ਅਤੇ ਸਰਦਾਰ ਜਵਾਹਰ ਸਿੰਘ ਨਲੂਆ, ਚੌਹਾਂ ਨੇ ਪਲੰਗ ਚੁੱਕ ਲਿਆ ਅਤੇ ਸਤਲੁਜ ਵਿੱਚ ਮਹਾਂਪੁਰਖਾਂ ਦਾ ਪਾਵਨ ਪਵਿੱਤਰ ਸਰੀਰ ਜਲ ਪ੍ਰਵਾਹ ਕਰ ਦਿੱਤਾ। ਇਸ ਸਮੇਂ ਬਾਬਾ ਜੀ ਦੇ ਸ਼ਰਧਾਲੂ ਵੀ ਅਤੇ ਬਾਬਾ ਜੀ ਦੇ ਕਾਤਲ ਵੀ ਬਾਬਾ ਜੀ ਨੂੰ ਯਾਦ ਕਰਕੇ ਦੋਨੋਂ ਰੋ ਰਹੇ ਸਨ। ਕਾਤਲ ਕਹਿ ਰਹੇ ਸੀ, ਸਾਥੋਂ ਜੀਵਨ ਵਿੱਚ ਸਭ ਤੋਂ ਵੱਡਾ ਅਤਿਆਚਾਰ ਹੋਇਆ ਹੈ। ਅਸੀਂ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰਿਆ ਹੈ। ਅਸੀਂ ਬਾਬਾ ਜੀ ਦੇ ਅੰਤਮ ਦਰਸ਼ਨਾਂ ਦੀ ਭੀਖ ਮੰਗਦੇ ਹਾਂ। ਫਿਰ ਪਲੰਗ ਲਾਇਆ ਗਿਆ, ਮੁਖ ਤੋਂ ਦੁਪੱਟਾ ਉਤਾਰ ਕੇ ਸਭ ਨੂੰ ਦਰਸ਼ਨ ਕਰਾ ਦਿੱਤੇ। ਬਾਬਾ ਜੀ ਦੇ ਮੁਖ ਦੀ ਲਾਲੀ ਦਗ ਦਗ ਕਰ ਰਹੀ ਸੀ। ਮੁੜ ਸੰਗਤਾਂ ਅਥਾਹ ਵੈਰਾਗ ਕਰਨ ਲੱਗੀਆਂ। ਪਲੰਗ ਉਠਾਇਆ ਗਿਆ। ਸਤਲੁਜ ਵਿੱਚ ਜਲ ਪ੍ਰਵਾਹ ਕਰਨ ਤੋਂ ਪਹਿਲਾਂ ਅਰਦਾਸ ਕੀਤੀ ਗਈ। ਮੁੜ ਪਲੰਗ ਜਲ ਪ੍ਰਵਾਹ ਕਰ ਦਿੱਤਾ ਗਿਆ। ਬਾਬਾ ਜੀ ਦਾ ਪਲੰਗ 1.5 ਕੋਹ ਜਾ ਕੇ ਮੁੱਠਿਆਂ ਵਾਲੇ ਦੇ ਨੇੜੇ ਬੂਝਿਆਂ ਵਿੱਚ ਅੜ ਗਿਆ। ਭਾਈ ਗੰਡਾ ਸਿੰਘ ਨਿਹੰਗ ਸਿੰਘ ਨੂੰ ਬਾਬਾ ਜੀ ਨੇ ਸੁਪਨੇ ਵਿੱਚ ਦੱਸਿਆ ਕਿ ਸਾਡਾ ਪਲੰਗ ਮੁੱਠਿਆਂ ਵਾਲੇ ਦੇ ਨੇੜੇ ਹੈ, ਉਸ ਨੂੰ ਕੱਢ ਕੇ ਸੰਸਕਾਰ ਕਰ ਦਿਓ। ਭਾਈ ਗੰਡਾ ਸਿੰਘ ਨਿਹੰਗ ਸਿੰਘ ਨੇ ਬਾਬਾ ਜੀ ਦਾ ਸਰੀਰ ਕੱਢ ਕੇ ਬਾਬਾ ਮਹਾਰਾਜ ਸਿੰਘ, ਸਰਦਾਰ ਜਵਾਹਰ ਸਿੰਘ, ਸੰਤ ਫੂਲਾ ਸਿੰਘ, ਭਾਈ ਮੋਹਰ ਸਿੰਘ ਨੂੰ ਦੱਸਿਆ ਕਿ ਬਾਬਾ ਜੀ ਦਾ ਪਵਿੱਤਰ ਸਰੀਰ ਮਿਲ ਗਿਆ ਹੈ। ਸਰਦਾਰ ਜਵਾਹਰ ਸਿੰਘ ਨਹੀਂ ਆਇਆ। ਉਸਨੇ ਕਿਹਾ, ਸਾਨੂੰ ਬਾਬਾ ਜੀ ਦਾ ਹੁਕਮ ਜਲ ਪ੍ਰਵਾਹ ਕਰਨ ਦਾ ਸੀ, ਅਸੀਂ ਆਗਿਆ ਦਾ ਪਾਲਣ ਕਰ ਦਿੱਤਾ ਹੈ। ਹੁਣ ਤੁਸੀਂ ਜਿਵੇਂ ਇੱਛਾ ਹੈ ਕਰੋ। ਨਾਲ ਹੀ ਬਾਬਾ ਜੀ ਵਾਸਤੇ ਕੱਪੜੇ ਦਾ ਇੱਕ ਥਾਨ ਅਤੇ 25 ਰੁਪਏ ਕੜਾਹ ਪ੍ਰਸ਼ਾਦ ਦੀ ਦੇਗ ਲਈ ਭੇਜ ਦਿੱਤੇ। ਭਾਈ ਗੰਡਾ ਸਿੰਘ ਜੀ ਨੇ ਸੰਸਕਾਰ ਕਰਕੇ ਫੁੱਲ ਚੁਣ ਕੇ ਇੱਕ ਗਾਗਰ ਵਿੱਚ ਪਾ ਲਏ ਅਤੇ ਸਰਦਾਰ ਜਵਾਹਰ ਸਿੰਘ ਕੋਲ ਭੇਜ ਦਿੱਤੇ। ਸਰਦਾਰ ਜੀ ਨੇ ਫੁੱਲਾਂ ਨੂੰ ਸੰਭਾਲ ਲਿਆ ਅਤੇ ਕਿਹਾ, ਮੇਰੇ ਧੰਨ ਭਾਗ, ਬਾਬਾ ਜੀ ਦਾ ਇਸ ਰੂਪ ਵਿੱਚ ਵੀ ਮੇਰੇ ਘਰ ਆਏ ਹਨ। ਅਨੇਕ ਪਿੰਡਾਂ ਦੇ ਲੋਕਾਂ ਬਾਬਾ ਜੀ ਦੇ ਅੰਗੀਠੇ ਦੀ ਵਿਭੂਤੀ ਲੈ ਲਈ।
मैं ਅੱਗੇ ਵੀ ਆਪ ਜੀ ਨੂੰ ਕਈ ਵਾਰ ਇਤਿਹਾਸ ਸੁਣਾਇਆ ਹੈ ਕਿ ਸਤਿਕਾਰਯੋਗ ਬਾਬਾ ਜੀ ਬਾਬਾ ਖੜਕ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਖ ਜਿਨ੍ਹਾਂ ਨੇ ਬੇਅੰਤ ਗੁਰਦੁਆਰਿਆਂ ਦੀਆਂ ਸੇਵਾਵਾਂ ਕਰਵਾਈਆਂ। ਗੋਇੰਦਵਾਲ ਸਾਹਿਬ ਦਾ ਸਾਰਾ ਲੰਮਾ ਪੁਲ ਜੋ ਦੁਆਬੇ ਤੇ ਮਾਝੇ ਨੂੰ ਜੋੜਦਾ ਮਹਾਂਪੁਰਖਾਂ ਨੇ ਸ਼ੁਰੂਆਤ ਕਰਵਾਈ ਔਰ ਤਿਆਰ ਕਰਵਾਇਆ। ਦਾਸ ਬਚਪਨ ਵਿੱਚ ਇਹਨਾਂ ਦੀ ਸੰਗਤ ਕਰਦਾ ਰਿਹਾ, ਨਾਲ ਥੋੜ੍ਹੀ ਸੇਵਾ ਕਰਦਾ ਰਿਹਾ। ਜਦੋਂ ਇਹਨਾਂ ਮਹਾਂਪੁਰਖਾਂ ਦਾ ਵੀ ਸਰੀਰ ਪੂਰਾ ਹੋਇਆ ਤੇ ਅੰਗੀਠਾ ਜਦੋਂ ਸਾਧ ਸੰਗਤ ਚੁਗਣ ਲੱਗੇ ਸਾਰੇ, ਮਹਾਂਪੁਰਖਾਂ ਦੇ ਸਰੀਰ ਦੀ ਵੀ ਸੰਗਤ ਨੂੰ ਚੁਟਕੀ ਚੁਟਕੀ ਆਈ ਕਿ ਲੋਕ ਵਡਭਾਗੇ ਮੰਨਦੇ ਸਨ ਆਪਣੇ ਆਪ ਨੂੰ ਕਿ ਮਹਾਂਪੁਰਖਾਂ ਦਾ ਇੱਕ ਕਮਾਈ ਵਾਲਾ ਸੇਵਾ ਵਾਲਾ ਪਵਿੱਤਰ ਸਰੀਰ ਹੈ। ਇਸ ਦੀ ਰਾਖ ਵੀ ਜਿਹੜੀ ਹੈ ਉਹ ਵੀ ਪੂਜਣਯੋਗ ਹੈ। ਭਾਵੇਂ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕਿਸੇ ਤੋਂ ਨਮਸਕਾਰ ਨਹੀਂ ਕਰਵਾਈ, ਬੜੇ ਖਾੜਕੂ ਸੁਭਾਅ ਸਨ, ਪਰੰਤੂ ਫਿਰ ਵੀ ਸੰਗਤਾਂ ਨੇ ਅੰਗੀਠਾ ਸਾਹਿਬ ਤੋਂ ਚੁਟਕੀ ਚੁਟਕੀ ਰਾਖ ਦੀ ਲੈ ਕੇ ਮਸਤਕ ਤੇ ਲਗਾਈ, ਪੱਲਿਆਂ ਨਾਲ ਬੰਨੀ। ਕੋਈ ਪੁੱਛੇ ਵੀ ਇਹ ਕੀ ਹੈ, ਰਾਖ ਤੋਂ ਕੀ ਲੈਣਾ ਹੈ? ਸਤਿਕਾਰਯੋਗ ਸਾਧ ਸੰਗਤ, ਜਿਨ੍ਹਾਂ ਦਾ ਸਰੀਰ ਸੇਵਾ ਤੇ ਸਿਮਰਨ ਨਾਲ ਪਵਿੱਤਰ ਹੋ ਜਾਂਦਾ ਹੈ ਨਾ, ਉਹਨਾਂ ਦੇ ਤਨ ਦੇ ਪਾਏ ਹੋਏ ਕੱਪੜਿਆਂ ਨੂੰ ਜਦੋਂ ਨਮਸਕਾਰ ਕਰੀਏ ਨਾ ਤੇ ਨਾਮ ਚੱਲ ਪੈਂਦਾ। ਉਹਨਾਂ ਦੇ ਸ਼ਸਤਰ ਬਸਤਰ, ਉਹਨਾਂ ਦੇ ਕੇਸ ਅਥਵਾ ਉਹਨਾਂ ਦੀ ਕੋਈ ਵੀ ਵਸਤੂ ਹੈ, ਸਾਧ ਸੰਗਤ ਜਦੋਂ ਪਿਆਰੇ ਦੀ ਵਸਤੂ ਦੇ ਦਰਸ਼ਨ ਕਰੀਏ ਨਾ ਤੇ ਪਿਆਰੇ ਦੀ ਯਾਦ ਆ ਜਾਂਦੀ ਹੈ, ਉਸ ਦੇ ਦਰਸ਼ਨ ਹੋ ਜਾਂਦੇ ਹਨ। ਇਵੇਂ ਹੀ ਬਾਬਾ ਜੀ ਦੇ ਉਸ ਅੰਗੀਠੇ ਦੀ ਵਿਭੂਤੀ ਲੋਕ ਆਸ-ਪਾਸ ਨਗਰਾਂ ਤੋਂ ਲੈ ਗਏ, ਸ਼ਰਧਾ ਭਾਵਨਾ ਨਾਲ ਵਡਭਾਗੇ ਹੋਏ। ਨਰੰਗਾਬਾਦ, ਰੱਤੋ ਕੀ ਗੱਗੋ ਬੂਆ, ਦਮਦਮਾ ਸਾਹਿਬ, ਠੱਠਾ ਟਿੱਬਾ ਵਿੱਚ ਬਾਬਾ ਜੀ ਦੀ ਯਾਦ ਵਿੱਚ ਸਥਾਨ ਬਣਾਏ ਗਏ। ਮੁੱਠਿਆਂ ਵਾਲੇ ਵੀ ਅੰਗੀਠਾ ਬਣਾਇਆ ਗਿਆ। ਬੁੱਧੀਵਾਨ ਚੰਗੇ ਕੰਮ ਤੇ ਮਾਣ ਕਰਦੇ ਹਨ, ਪਰ ਮਲੇਸ਼ ਪੰਥੀਏ ਬੁਰਸ਼ੇ ਸਿੱਖ ਡੋਗਰਿਆਂ ਦੇ ਆਖੇ ਲੱਗ ਕੇ ਪੰਥ ਦੀ ਪਰ ਉਪਕਾਰੀ ਆਤਮਾ, ਬ੍ਰਹਮਨੇਸ਼ਟੀ ਬ੍ਰਹਮ ਗਿਆਨੀ ਸਤਿਕਾਰਯੋਗ ਬਾਬਾ ਜੀ ਬਾਬਾ ਵੀਰ ਸਿੰਘ ਜੀ ਨੂੰ ਮਾਰਨ ਦੇ ਪਾਪ ਕਰਨ ਤੇ ਵੀ ਮਾਣ ਕਰਦੇ ਸਨ। ਕੌਮੀ ਕਵੀ ਸ਼ਾਹ ਮੁਹੰਮਦ ਦੇ ਕਥਨ ਅਨੁਸਾਰ ਵੀਰ ਸਿੰਘ ਰਿਆ ਡਾ ਤੋਪਾਂ, ਨਹੀਂ ਛੱਡਿਆ ਸਾਧ ਤੇ ਸੰਤ ਮੀਆਂ। ਪਰ ਬਾਬਾ ਜੀ ਨੂੰ ਮਾਰਨ ਵਾਲੀ ਫੌਜ ਦਾ ਨਾਮ ਗੁਰੂ ਮਾਰੀ ਪੈ ਗਿਆ। ਇਹਨਾਂ ਨੂੰ ਪਿੰਡਾਂ ਵਿੱਚ ਕਿਸੇ ਨੇ ਮੂੰਹ ਨਹੀਂ ਲਾਇਆ। ਇਹ ਲੋਕ ਪਰਲੋਕ ਗਵਾ ਕੇ ਨਰਕਾਂ ਦੇ ਅਧਿਕਾਰੀ ਬਣੇ। ਪਰ ਬਾਬਾ ਜੀ ਨੂੰ ਮਾਰਨ ਵਾਲੀ ਫੌਜ, ਬਾਬਾ ਜੀ ਦੀ ਸ਼ਹੀਦੀ ਤੇ ਅੰਗਰੇਜ਼ਾਂ ਨੇ ਅਤਿਅੰਤ ਖੁਸ਼ੀ ਮਨਾਈ, ਜਿਸ ਕਰਕੇ ਬਾਬਾ ਵੀਰ ਸਿੰਘ ਜੀ ਨਾਲ ਹੋਈ ਲੜਾਈ ਬਾਰੇ ਉੱਤਰੀ ਪੱਛਮੀ ਸਰਹੱਦ ਦੇ ਗਵਰਨਰ ਜਨਰਲ ਦੇ ਏਜੰਟ ਰਿਚਮੰਡ ਨੇ ਆਪਣੇ 8 ਅਪ੍ਰੈਲ 1844 ਦੇ ਪੱਤਰ ਵਿੱਚ ਭਾਰਤ ਸਰਕਾਰ ਨੂੰ ਸਾਰਾ ਵੇਰਵਾ ਇਸ ਤਰ੍ਹਾਂ ਲਿਖ ਕੇ ਭੇਜਿਆ। ਬਾਬਾ ਵੀਰ ਸਿੰਘ ਜੀ ਦਾ ਅਕਾਲ ਚਲਾਣਾ ਵੱਲੋਂ ਏਜੰਟ ਗਵਰਨਰ ਜਨਰਲ ਉੱਤਰੀ ਪੱਛਮੀ ਸਰਹੱਦ ਸੇਵਾ ਵਿਖੇ ਐਫ ਕਿਊਰੀ ਐਸਕੁਆਇਰ ਸਕੱਤਰ ਭਾਰਤ ਸਰਕਾਰ ਵੋਟ ਵਿਲੀਅਮ। ਸ਼੍ਰੀਮਾਨ ਜੀ, ਮੈਂ ਲਾਹੌਰ ਤੋਂ ਇਸ ਮਹੀਨੇ ਦੀ 8 ਤਰੀਕ ਤੱਕ ਦੀ ਖਬਰ ਦੱਸ ਰਿਹਾ, ਜਿਸ ਤੋਂ ਕੋਈ ਸ਼ੱਕ ਬਾਕੀ ਨਹੀਂ ਰਹਿ ਜਾਂਦਾ ਕਿ ਸਰਦਾਰ ਅਤਰ ਸਿੰਘ ਸੰਧਾਂਵਾਲੀਏ ਦੀ ਰਾਜਾ ਹੀਰਾ ਸਿੰਘ ਦੀ ਪਦਵੀ ਤੱਕ ਪਹੁੰਚ ਸਕਣ ਦੀ ਵਿਰੋਧਤਾ, ਜਿਹੜੀ ਕਿ ਸ਼ਾਇਦ ਉਸਨੇ ਸੋਚੀ ਸੀ, ਖਤਮ ਹੋ ਗਈ। ਰਾਜੇ ਨੇ ਆਪਣੀਆਂ ਫੌਜਾਂ ਨੂੰ ਉਹਨਾਂ ਵਿਰੁੱਧ ਲੜਨ ਲਈ ਸੁਚੇਤ ਕਰ ਦਿੱਤਾ, ਜਿਹੜੇ ਕਿ ਮਹਾਰਾਜ ਦਾ ਤਖਤ ਉਲਟ ਪੁਲਟ ਕਰਨ ਆਏ ਸਨ। ਰਾਜੇ ਨੇ ਫੌਜਾਂ ਨੂੰ ਇਨਾਮ ਅਤੇ ਮਾਣ ਦੇਣ ਦਾ ਵਾਅਦਾ ਕੀਤਾ। ਇੰਜ ਪ੍ਰਤੀਤ ਹੁੰਦਾ ਹੈ ਕਿ ਉਸਨੇ
ਉਹਨਾਂ ਨੂੰ ਇਹ ਕਹਿ ਕੇ ਵੀ ਉਕਸਾਇਆ ਕਿ ਸਰਦਾਰ ਸਾਡੇ ਨਾਲ ਮਿਲਿਆ ਹੋਇਆ ਸੀ। ਜਿੱਥੋਂ ਤੱਕ ਭਾਈ ਬਾਬਾ ਵੀਰ ਸਿੰਘ ਜੀ ਦਾ ਸੰਬੰਧ ਹੈ, ਰਾਜਾ ਇਸ ਗੱਲ ਤੇ ਅੜਿਆ ਹੋਇਆ ਸੀ, ਕਿਉਂਕਿ ਬਾਬਾ ਵੀਰ ਸਿੰਘ ਭਗਤੀ ਦੇ ਰਸਤੇ ਤੇ ਦੁਰੇਡੇ ਚਲੇ ਗਏ ਹਨ। ਉਹਨਾਂ ਨੇ ਸਰਕਾਰੀ ਮਾਮਲਿਆਂ ਵਿੱਚ ਦਖਲ ਦੇ ਕੇ ਅਤੇ ਰਾਜ ਵਿਰੁੱਧ ਹਥਿਆਰ ਚੁੱਕ ਕੇ ਆਪਣੇ ਧਾਰਮਿਕ ਆਚਰਣ ਨੂੰ ਭੰਗ ਕੀਤਾ ਹੈ। ਸੋ ਉਹਨਾਂ ਨਾਲ ਵੀ ਬਗਾਵਤ ਵਿੱਚ ਹਿੱਸਾ ਲੈਣ ਵਾਲੇ ਦੂਸਰੇ ਵਿਅਕਤੀਆਂ ਦੀ ਤਰ੍ਹਾਂ ਹੀ ਵਰਤਾਓ ਕੀਤਾ ਜਾਣਾ ਚਾਹੀਦਾ ਹੈ। ਪ੍ਰਤੀਤ ਹੁੰਦਾ ਹੈ ਕਿ 20,000 ਦੇ ਲਗਭਗ ਵਿਅਕਤੀ ਅਤੇ 50 ਤੋਪਖਾਨੇ ਮੀਆਂ ਲਾਭ ਸਿੰਘ ਦੀ ਕਮਾਂਡ ਅਧੀਨ ਸਰਦਾਰ ਅਤੇ ਭਾਈ ਜੀ ਦੇ ਕੈਂਪ ਨੂੰ 7 ਮਾਰਚ ਨੂੰ ਘੇਰਾ ਪਾਉਣ ਦੇ ਉਦੇਸ਼ ਨਾਲ 5 ਤਰੀਕ ਨੂੰ ਲਾਹੌਰੋਂ ਚੱਲ ਪਏ। ਇਹ ਕੈਂਪ ਸਤਲੁਜ ਦੇ ਸੱਜੇ ਕਿਨਾਰੇ ਹਰੀ ਕੇ ਘਾਟ ਦੇ ਲਗਭਗ ਹੇਠਾਂ ਵੱਲ ਅਤੇ ਫਿਰੋਜ਼ਪੁਰ ਤੋਂ 20 ਮੀਲ ਦੇ ਫਾਸਲੇ ਤੇ ਸਥਿਤ ਸੀ। ਪ੍ਰਤੀਤ ਹੁੰਦਾ ਹੈ ਕਿ ਬਾਬਾ ਵੀਰ ਸਿੰਘ ਨੂੰ ਪਹਿਲਾਂ ਰਾਜੇ ਵੱਲੋਂ ਕਿਹਾ ਗਿਆ ਉਹ ਆਪਣੇ ਕੈਂਪ ਵਿੱਚ ਰਹਿ ਰਹੇ ਹਥਿਆਰਬੰਦ ਸਰਦਾਰ ਅਤਰ ਸਿੰਘ ਸੰਧਾਵਾਲੀਆ ਨੂੰ ਛੱਡ ਦੇਣ। ਇੰਜ ਲੱਗਦਾ ਹੈ ਕਿ ਅਜਿਹਾ ਸ਼ਾਇਦ ਮਹਾਂਪੁਰਖਾਂ ਦੇ ਧਾਰਮਿਕ ਆਚਰਣ ਅਤੇ ਸਤਿਕਾਰ ਨੂੰ ਮੁੱਖ ਰੱਖ ਕੇ ਕੀਤਾ ਗਿਆ, ਪਰੰਤੂ ਬਾਬਾ ਵੀਰ ਸਿੰਘ ਜੀ ਨੇ ਇਨਕਾਰ ਕਰ ਦਿੱਤਾ। ਨਤੀਜੇ ਵਜੋਂ ਬਿਨਾਂ ਵਿਤਕਰੇ ਤੋਂ ਤੋਪਖਾਨੇ ਅਤੇ ਹੋਰ ਛੋਟੇ ਹਥਿਆਰਾਂ ਦੇ ਮੂੰਹ ਉਹਨਾਂ ਦੇ ਜਥੇ ਵੱਲ ਖੋਲ੍ਹ ਦਿੱਤੇ ਗਏ। ਭਾਈ ਜੀ ਅਤੇ ਸਰਦਾਰ ਅਤਰ ਸਿੰਘ ਸੰਧਾਵਾਲੀਆ ਵੀ ਇਸ ਕਤਲੇਆਮ ਵਿੱਚ ਸ਼ਾਮਲ ਸਨ ਅਤੇ ਸਰਦਾਰ ਦਾ ਸਿਰ ਤੁਰੰਤ ਹੀ ਲਾਹੌਰ ਦਿਖਾਉਣ ਲਈ ਭੇਜ ਦਿੱਤਾ ਗਿਆ। ਖਬਰ ਦੇ ਅੰਤ ਵਿੱਚ ਦੱਸਿਆ ਗਿਆ ਕਿ ਫੌਜ ਰਾਜਧਾਨੀ ਨੂੰ ਵਾਪਸ ਬੁਲਾ ਲਈ ਗਈ। ਇਹ ਪੱਤਰ ਗਵਰਨਰ ਵੱਲੋਂ ਲਿਖਿਆ ਗਿਆ। ਗਵਰਨਰ ਜਨਰਲ ਏਜੰਸੀ ਉੱਤਰੀ ਪੱਛਮੀ ਸਰਹੱਦ, ਕੈਂਪ ਕਸੌਲੀ। ਸੋ ਇਸ ਪ੍ਰਕਾਰ ਬਾਬਾ ਜੀ ਨੇ ਆਪਣਾ ਜੀਵਨ ਦੇਸ਼ ਨੂੰ, ਧਰਮ ਨੂੰ, ਕੌਮ ਨੂੰ ਸਮਰਪਿਤ ਕੀਤਾ। ਸਤਿਕਾਰਯੋਗ ਸਾਧ ਸੰਗਤ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਪਤਾ ਨਹੀਂ ਕਿੰਨਾ ਅਤਿਆਚਾਰ ਹੋਇਆ। ਲਾਹੌਰ ਦੇ ਵਿੱਚ ਖੂਨ ਦੀਆਂ ਨਦੀਆਂ ਚੱਲੀਆਂ, ਪਰ ਉਦੋਂ ਤੋਂ ਲੈ ਕੇ ਜੇ ਅੱਜ ਤੱਕ ਦੇਖੀਏ ਤੇ ਪੰਜਾਬ ਦਾ ਰਾਜ ਡਾਵਾਂਡੋਲ ਹੈ। ਤੁਸੀਂ ਸਾਰੇ, ਅਸੀਂ ਸਾਰੇ ਪੰਜਾਬ ਦੇ ਵਾਸੀ ਹਾਂ। ਦੇਖ ਰਹੇ ਹਾਂ ਕਿ ਕਿਵੇਂ ਗੁਲਾਮੀ ਦੇ ਸੰਗਨਾਂ ਨਾਲ ਜਕੜੇ ਪਏ ਹਾਂ। ਸੋ ਐਸੇ ਮਹਾਂਪੁਰਖ ਜਿਹੜੇ ਹਨ, ਜਿਵੇਂ ਕਿ ਨਾਮਧਾਰੀ ਮਹਾਂਪੁਰਖ ਸਤਿਕਾਰਯੋਗ ਬਾਬਾ ਜੀ, ਬਾਬਾ ਰਾਮ ਸਿੰਘ ਜੀ ਜੈਸੇ ਮਹਾਨ ਆਤਮਾ, ਜਿਨ੍ਹਾਂ ਨੇ ਮੋਰਚੇ ਲਗਾਏ, ਤੋਪਾਂ ਦੇ ਗੋਲੇ ਖਾਧੇ। ਸੋ ਕਹਿਣ ਤੋਂ ਭਾਵ ਹੈ ਕਿ ਸੰਤ ਮਹਾਤਮਾ ਮਹਾਂਪੁਰਖ ਵੀ ਤੇਗ ਦੇ ਧਨੀ ਹੋ ਕੇ, ਜਿੱਥੇ ਦੇਗ ਦੇ ਧਨੀ ਉੱਥੇ ਤੇਗ ਦੇ ਧਨੀ ਵੀ ਹੋਏ। ਸੋ ਇਹਨਾਂ ਨਿਰਮਲੇ ਮਹਾਂਪੁਰਖਾਂ ਦੀਆਂ ਇਹ ਗੌਰਵ ਗਾਥਾਵਾਂ ਆਪ ਜੀ ਸਰਵਣ ਕਰ ਰਹੇ ਹੋ। ਅੱਗੇ ਸਤਿਕਾਰਯੋਗ ਬਾਬਾ ਜੀ, ਬਾਬਾ ਮਹਾਰਾਜ ਸਿੰਘ ਜੀ, ਉਹਨਾਂ ਦੀ ਜੀਵਨੀ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਓ, ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾੜੈ ਖੇਤ। ਬਾਬਾ ਵੀਰ ਸਿੰਘ ਜੀ ਦੀ ਸ਼ਹੀਦੀ ਦਾ ਸਾਕਾ ਵਰਣਨ ਤੋਂ ਬਾਅਦ ਬਾਬਾ ਮਹਾਰਾਜ ਸਿੰਘ ਜੀ ਨੌਰੰਗਾਬਾਦ ਡੇਰੇ ਵਿੱਚ ਜਾ ਰਹੇ। ਬਾਬਾ ਵੀਰ ਸਿੰਘ ਜੀ ਦੀ ਯਾਦ ਵਿੱਚ ਸਹਿਜ ਪਾਠ ਅਤੇ ਅਖੰਡ ਪਾਠ ਆਰੰਭ ਕੀਤੇ ਗਏ। ਦੁਸਹਿਰੇ ਤੇ ਮਹਾਨ ਇਕੱਠ ਹੋਇਆ। ਭੋਗ ਤੋਂ ਬਾਅਦ ਨੌਰੰਗਾਬਾਦ ਦਾ ਸੇਵਾ ਦਾ ਸਾਰੀ ਜ਼ਿੰਮੇਵਾਰੀ ਨੀਅਤ ਕਰਨ ਤੇ ਵਿਚਾਰ ਹੋਈ। ਬਹੁਤੇ ਵਿਅਕਤੀਆਂ ਦਾ ਵਿਚਾਰ ਸੀ ਬਾਬਾ ਖੁਦਾਸ ਸਿੰਘ ਜੀ ਨੂੰ ਨੀਅਤ ਕੀਤਾ ਜਾਵੇ। ਬਾਬਾ ਖੁਦਾਸ ਸਿੰਘ ਜੀ ਆਪਣੇ ਸੀਸ ਉੱਤੇ ਕਈ ਦਸਤਾਰੇ ਸਜਾ ਕੇ ਰੱਖਿਆ ਕਰਦੇ ਸਨ
ਬਾਬਾ ਖੁਦਾਸ ਸਿੰਘ ਜੀ ਨੇ ਆਪਣੇ ਸੀਸ ਤੋਂ ਇੱਕ ਦਸਤਾਰ ਉਤਾਰ ਕੇ ਬਾਬਾ ਮਹਾਰਾਜ ਸਿੰਘ ਦੇ ਸਿਰ ਤੇ ਬੰਨ੍ਹ ਦਿੱਤੀ ਅਤੇ ਕਿਹਾ, ਭਾਈ ਮਹਾਰਾਜ ਸਿੰਘ ਜੀ ਦੇ ਲੰਗਰ ਦੀ ਅਥਾਹ ਸੇਵਾ ਕੀਤੀ ਹੈ। ਸਾਰਾ ਜੀਵਨ ਬਾਬਾ ਵੀਰ ਸਿੰਘ ਜੀ ਦੀ ਆਗਿਆ ਵਿੱਚ ਰਹੇ ਹਨ। ਮਹਾਨ ਸਾਕੇ ਸਮੇਂ ਤੋਪਾਂ ਦੇ ਵਰਦੇ ਗੋਲਿਆਂ ਵਿੱਚ, ਬੰਦੂਕਾਂ ਦੀ ਵਿਛਾੜ ਸਮੇਂ ਬਾਬਾ ਜੀ ਦੀ ਸੇਵਾ ਵਿੱਚ ਹਾਜ਼ਰ ਰਹਿ ਕੇ ਹੁਕਮ ਦੀ ਪਾਲਣਾ ਕਰਦੇ ਰਹੇ ਹਨ। ਇਸ ਕਰਕੇ ਇੱਥੋਂ ਦੀ ਸੇਵਾ ਦਾ ਅਧਿਕਾਰ ਬਾਬਾ ਮਹਾਰਾਜ ਸਿੰਘ ਜੀ ਦਾ ਹੈ। ਪੰਡ ਪਾਂਡੀਆਂ ਦੇ ਸਿਰ ਤੇ ਸੋਹਣੀ ਲੱਗਦੀ ਹੈ। ਇੱਕ ਪੱਗ ਸੀਸ ਤੋਂ ਹੋਰ ਉਤਾਰ ਕੇ ਬਾਬਾ ਵੀਰ ਸਿੰਘ ਜੀ ਦੇ ਭਤੀਜੇ ਭਾਈ ਸਤਿਆ ਸਿੰਘ ਦੇ ਸਿਰ ਤੇ ਬੰਨ੍ਹ ਦਿੱਤੀ। ਸੋ ਮਹੰਤੀ ਦਾ ਚਰਚਾ ਖਤਮ ਹੋ ਗਿਆ। ਸਾਧ ਸੰਗਤ, ਅੱਜ ਤੁਸੀਂ ਦੇਖੋ ਕਿ ਕਈ ਸਥਾਨਾਂ ਤੇ ਇਹ ਦਸਤਾਰਾਂ ਤੋਂ ਲੜਾਈਆਂ ਹੋ ਜਾਂਦੀਆਂ ਹਨ। ਇੱਥੋਂ ਦਾ ਮੁਖੀ ਮੈਂ ਬਣਨਾ, ਇੱਥੋਂ ਦਾ ਮੁਖੀ ਮੈਂ ਬਣਨਾ। ਪਰ ਦੇਖੋ ਤੁਸੀਂ ਬੰਦਗੀ ਵਾਲੇ ਮਹਾਤਮਾ, ਇਹ ਸਾਡੀ ਸੰਪਰਦਾ ਕਿਤਨੀ ਮਹਾਨ ਹੈ ਕਿ ਬਾਬਾ ਖੁਦਾ ਸਿੰਘ ਜੀ ਮਹਾਂਪੁਰਖਾਂ ਨੇ ਕਿਹਾ ਕਿ ਇਹਨਾਂ ਨੇ ਸੇਵਾਵਾਂ ਜ਼ਿਆਦਾ ਕੀਤੀਆਂ ਹਨ, ਇਸ ਕਰਕੇ ਹੱਕ ਇਹਨਾਂ ਦਾ ਬਣਦਾ ਹੈ। ਸਾਧ ਸੰਗਤ, ਜਿੱਥੇ ਤਿਆਗ ਕਰ ਦਈਏ ਉੱਥੇ ਸਾਰਾ ਕੁਝ ਹੀ ਮਿਲ ਜਾਂਦਾ ਹੈ, ਤੇ ਜਦੋਂ ਮਨ ਵਿੱਚ ਲਾਲਸਾ ਰੱਖੀਏ ਫਿਰ ਸਭ ਕੁਝ ਪਾ ਕੇ ਵੀ ਆਪਣੇ ਪੱਲੇ ਕੱਖ ਨਹੀਂ ਰਹਿੰਦਾ। ਇਸ ਵਾਸਤੇ ਇਸ ਤੋਂ ਉਪਰੰਤ ਬਾਬਾ ਮਹਾਰਾਜ ਸਿੰਘ ਜੀ, ਬਾਬਾ ਖੁਦਾ ਸਿੰਘ ਜੀ ਸੰਗਤ ਨੂੰ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਪੁੱਜੇ। ਬਾਬਾ ਜੀ ਦੀਆਂ ਅਸਥੀਆਂ ਤੇ ਵਿਭੂਤੀ ਸੁਦਾਸਰ ਦੀਆਂ ਚੌਹਾਂ ਬਾਹੀਆਂ ਵਿੱਚ ਪਾਈ। 5 ਘੋੜੇ ਕਾਠੀਆਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਅਤੇ 5 ਘੋੜੇ ਅਕਾਲ ਬੁੰਗੇ ਨੂੰ ਸੇਵਾ ਵਿੱਚ ਦਿੱਤੇ ਗਏ। 250 ਪੁਸ਼ਾਕਾਂ ਸਮਰਪਣ ਕੀਤੀਆਂ। ਸਾਧ ਸੰਗਤ ਦੇਖੋ, ਗੁਰੂ ਸਾਹਿਬ ਤੇ ਕਿੰਨੀ ਸ਼ਰਧਾ ਸੀ ਮਹਾਂਪੁਰਖਾਂ ਦੀ ਕਿ ਬਾਅਦ ਵਿੱਚ ਉਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਜਾ ਕੇ ਅਸੀਸਾਂ ਲਈਆਂ ਔਰ ਮਹਾਂਪੁਰਖਾਂ ਦੀਆਂ ਉਹ ਜਿਹੜੀਆਂ ਅਸਥੀਆਂ ਸਨ ਉਹ ਸੁਦਾਸਰ ਭਾਵ ਕਿ ਅੰਮ੍ਰਿਤਸਰ ਦੇ ਚਾਰੇ ਪਾਸੇ ਦਬਾ ਦਿੱਤੀਆਂ ਗਈਆਂ ਤੇ 5 ਘੋੜੇ ਅਕਾਲ ਬੁੰਗੇ ਤੇ ਹਰਿਮੰਦਰ ਸਾਹਿਬ ਨੂੰ ਭੇਟ ਕੀਤੇ ਗਏ। 250 ਪੁਸ਼ਾਕਾਂ ਸਮਰਪਣ ਕੀਤੀਆਂ। 125 ਰੁਪਏ ਦਾ ਕੜਾਹ ਪ੍ਰਸ਼ਾਦ ਕਰਾਇਆ ਅਤੇ ਹੋਰ ਬੇਅੰਤ ਭੇਟਾਵਾਂ ਕੀਤੀਆਂ। ਇਸ ਕਰਕੇ ਸਾਧ ਸੰਗਤ, ਜਿੰਨੇ ਵੀ ਨਿਰਮਲੇ ਮਹਾਤਮਾ ਹੋਏ ਨੇ ਇਹ ਕਦੇ ਵੀ ਗੁਰੂ ਘਰਾਂ ਤੋਂ ਦੂਰ ਨਹੀਂ ਹੋਏ ਔਰ ਹਰੇਕ ਸੇਵਾਵਾਂ ਵਿੱਚ ਤਤਪਰ ਰਹੇ ਨੇ। ਅੱਜ ਕੇਵਲ ਪ੍ਰਚਾਰਕਾਂ ਦਾ ਪ੍ਰਚਾਰ ਕਰਨ ਦਾ ਢੰਗ ਥੋੜਾ ਕਈਆਂ ਦਾ ਵਿਗੜ ਗਿਆ ਹੈ ਕਿ ਜੇ ਅਸੀਂ ਇਤਿਹਾਸ ਦੀ ਖੋਜ ਕਰੀਏ ਤੇ ਦੇਖੀਏ ਕਿ ਇਹਨਾਂ ਦੀਆਂ ਕਮਾਈਆਂ ਕੀਤੀਆਂ ਹੋਈਆਂ ਨੂੰ ਆਪਾਂ ਕਿਵੇਂ ਭੁੱਲ ਸਕਦੇ ਹਾਂ। ਸੋ ਸਤਿਕਾਰਯੋਗ ਸਾਧ ਸੰਗਤ, ਸੀਨੇ ਬਸੀਨੇ ਇਸ ਪ੍ਰਕਾਰ ਇਹ ਸੇਵਾਵਾਂ ਹਮੇਸ਼ਾ ਚਲਦੀਆਂ ਆ ਰਹੀਆਂ ਹਨ। ਇਸ ਤੋਂ ਬਾਅਦ ਬਾਬਾ ਮਹਾਰਾਜ ਸਿੰਘ ਜੀ ਡੇਰਾ ਨੌਰੰਗਾਬਾਦ ਦਾ ਪ੍ਰਬੰਧ ਕਰਨ ਲੱਗੇ। ਕਥਾ ਕੀਰਤਨ ਸਤਸੰਗ ਦਾ ਪ੍ਰਵਾਹ ਤੋਰਿਆ। ਭਾਵੇਂ ਸਾਧ ਸੰਗਤ ਸਥਾਨਾਂ ਦੀਆਂ ਕਿੰਨੀਆਂ ਹੀ ਜ਼ਮੀਨਾਂ ਜਾਇਦਾਦਾਂ ਹੋਣ, ਇਹ ਜ਼ਮੀਨਾਂ ਜਾਇਦਾਦਾਂ ਸੰਤਾਂ ਮਹਾਂਪੁਰਖਾਂ ਨੇ ਕੋਈ ਆਪਣੇ ਪਰਿਵਾਰ ਜਾਂ ਕਿਸੇ ਆਪਣੇ ਸੁੱਖ ਸਾਧਨ ਵਾਸਤੇ ਨਹੀਂ ਵਰਤਣੀਆਂ ਹੁੰਦੀਆਂ। ਇਹ ਸਾਰਾ ਕੁਝ ਹੀ ਸੰਗਤ ਵਾਸਤੇ ਹੁੰਦਾ ਹੈ। ਜਿੱਥੇ ਹਜ਼ਾਰਾਂ ਪ੍ਰਾਣੀਆਂ ਨੇ ਆ ਕੇ ਗੱਫਾ ਪਾਣੀ ਛਕਣਾ ਹੈ, ਸਾਧ ਸੰਗਤ ਉੱਥੇ ਰਸਤਾਂ ਬਸਤਾਂ ਵੀ ਤਾਂ ਚਾਹੀਦੀਆਂ। ਤੇ ਜੇ ਜ਼ਮੀਨਾਂ ਜਾਇਦਾਦਾਂ ਹੋਣ ਵੀ ਤੇ ਤਾਂ ਵੀ ਕਿਹੜੀ ਗੱਲ ਹੈ, ਪਰ ਲੜਾਈ ਝਗੜੇ ਕਰਨੇ ਜਿਹੜੇ ਨੇ ਇਹ ਸਾਧੂਆਂ ਦਾ ਕੰਮ ਨਹੀਂ ਹੁੰਦਾ। ਸੋ ਸਾਧ ਸੰਗਤ, ਸੰਗਤ ਦਾ ਪ੍ਰਵਾਹ ਤੋਰਿਆ। ਕਥਾ ਤੇ ਕੀਰਤਨ, ਸੰਗਤ ਹੀ ਪਰਿਵਾਰ ਹੁੰਦਾ ਹੈ ਮਹਾਂਪੁਰਖਾਂ ਦਾ। ਤੇ ਗੁਰਬਾਣੀ, ਕੀਰਤਨ, ਪਾਠ, ਭਜਨ ਮਹਾਂਪੁਰਖਾਂ ਦੀ ਖੁਰਾਕ ਹੁੰਦੀ ਹੈ। ਇਸ ਵਾਸਤੇ ਬਾਬਾ ਮਹਾਰਾਜ ਸਿੰਘ ਜੀ ਨੇ
ਉਹ ਹੀ ਪ੍ਰਾਰੰਭ ਕੀਤਾ। ਨਾਲ ਹੀ ਡੋਗਰਿਆਂ ਦੀ ਗਦਾਰੀ, ਅੰਗਰੇਜ਼ਾਂ ਦੀ ਕੁਟਲ ਨੀਤੀ ਅਤੇ ਸਿੱਖ ਰਾਜ ਦੀ ਡੁੱਬ ਰਹੀ ਬੇੜੀ ਨੂੰ ਕਿਨਾਰੇ ਲਾਉਣ ਵਾਸਤੇ ਦਿਨ ਰਾਤ ਸੋਚ ਵਿੱਚ ਡੁੱਬੇ ਰਹਿੰਦੇ ਸਨ। ਬਾਬਾ ਮਹਾਰਾਜ ਸਿੰਘ ਜੀ ਦਾ ਜਨਮ ਪਿੰਡ ਰੱਬੋਂ ਮਲੌਦ ਦੇ ਨੇੜੇ ਜ਼ਿਲ੍ਹਾ ਲੁਧਿਆਣਾ ਵਿੱਚ 1780 ਈਸਵੀ ਵਿੱਚ ਹੋਇਆ। ਮਾਤਾ ਪਿਤਾ ਨੇ ਨਾਮ ਨਿਹਾਲ ਸਿੰਘ ਰੱਖਿਆ। ਬਚਪਨ ਵਿੱਚ ਆਪ ਸੰਤ ਤੋਤਾ ਸਿੰਘ ਜੀ ਕੋਲ ਨਿਰਮਲ ਡੇਰੇ ਵਿੱਚ ਠੀਕਰੀ ਵਾਲੇ ਜ਼ਿਲ੍ਹਾ ਸੰਗਰੂਰ ਚਲੇ ਗਏ। ਦਾਸ ਇੱਥੇ 2 ਮਹੀਨੇ ਰਿਹਾ। ਇੱਥੇ ਆਉਣ ਤੋਂ ਪਹਿਲੇ ਇੱਥੇ ਸੇਵਾ ਕਰਦੇ ਰਹੇ, ਵਿਦਿਆ ਪੜ੍ਹਦੇ ਰਹੇ। ਠੀਕਰੀ ਵਾਲੇ ਤੋਂ ਸੰਤ ਸਮੁੰਦ ਸਿੰਘ ਜੀ ਮਾਲੋਂ ਵਾਲਿਆਂ ਕੋਲ ਚਲੇ ਗਏ। ਇੱਥੇ ਆਪ ਜੀ ਨੇ ਭਾਈ ਗੁਰਦਾਸ ਜੀ ਦੀ ਬਾਣੀ, ਦਸਮ ਗ੍ਰੰਥ, ਸਾਹਿਤ, ਕਾਵਿ, ਨੀਤੀ, ਛੰਦ, ਸ਼ਾਸਤਰ, ਵਿਦਾਂਤ ਅਤੇ ਗ੍ਰੰਥਾਂ ਦਾ ਪਠਨ ਪਾਠਨ ਕੀਤਾ। ਸਾਧ ਸੰਗਤ ਕਿੰਨੀ ਵਿਦਿਆ ਮਹਾਂਪੁਰਖਾਂ ਨੇ ਪ੍ਰਾਪਤ ਕੀਤੀ। ਆਪ ਨਿਮਰਤਾ ਨਾਲ ਸੇਵਾ ਦੀ ਲਗਨ ਵਾਲੇ, ਸਰਬੱਤ ਨਾਲ ਪ੍ਰੇਮ ਕਰਨ ਵਾਲੇ ਸਨ। ਆਪ ਜੀ ਦੇ ਮਹਾਨ ਗੁਣਾਂ ਨੂੰ ਵੇਖ ਕੇ ਸੰਤ ਸਮੁੰਦ ਸਿੰਘ ਜੀ ਨੇ ਅਨੁਭਵ ਕੀਤਾ ਕਿ ਨਿਹਾਲ ਸਿੰਘ ਮਹਾਨ ਆਤਮਾ ਹੈ ਜੋ ਕੌਮ ਲਈ ਚਾਨਣ ਮਨਾਰਾ ਬਣ ਸਕਦਾ ਹੈ। ਇਹ ਵਿਚਾਰ ਕਰਕੇ ਸਮੁੰਦ ਸਿੰਘ ਜੀ ਆਪ ਜੀ ਨੂੰ ਨਾਲ ਲੈ ਕੇ ਸਤਿਕਾਰਯੋਗ ਬਾਬਾ ਜੀ ਬਾਬਾ ਵੀਰ ਸਿੰਘ ਜੀ ਦੇ ਡੇਰੇ ਪੁੱਜੇ। ਦੂਸਰੇ ਦਿਨ ਬਾਬਾ ਵੀਰ ਸਿੰਘ ਜੀ ਨੇ 5 ਪਿਆਰਿਆਂ ਵਿੱਚ ਆਪ ਸ਼ਾਮਲ ਹੋ ਕੇ ਨਿਹਾਲ ਸਿੰਘ ਨੂੰ ਅੰਮ੍ਰਿਤ ਛਕਾਇਆ। ਗੁਰੂ ਗ੍ਰੰਥ ਸਾਹਿਬ ਵਿੱਚੋਂ ਆਏ ਮਾਂ ਵਾਕ ਅਨੁਸਾਰ ਨਾਮ ਭਗਵਾਨ ਸਿੰਘ ਰੱਖਿਆ ਅਤੇ ਆਪ ਜੀ ਨੂੰ ਲੰਗਰ ਦੀ ਸੇਵਾ ਤੇ ਲਾ ਦਿੱਤਾ। ਬਾਬਾ ਵੀਰ ਸਿੰਘ ਜੀ ਦਾ ਮਹਾਨ ਵਿਸ਼ਾਲ ਅਖੰਡ ਲੰਗਰ ਸੀ ਜੋ ਹਰ ਸਮੇਂ ਤਿਆਰ ਹੁੰਦਾ ਰਹਿੰਦਾ। ਭਾਵੇਂ ਸਾਰੇ ਲਾਂਗਰੀ ਸੇਵਾ ਦਾ ਸਾਕਾਰ ਰੂਪ ਸਨ, ਪਰ ਆਪ ਜੀ ਅਤਿਅੰਤ ਨਿਮਰ, ਮਿੱਠ ਬੋਲੜੇ, ਮਧੁਰ ਭਾਸ਼ੀ ਸਨ। ਸੇਵਾ ਕਰਕੇ ਸੰਗਤ ਵਿੱਚ ਲੰਗਰ ਵਰਤਾਉਂਦੇ। ਸਭ ਨੂੰ ਲਓ ਮਹਾਰਾਜ, ਛਕੋ ਮਹਾਰਾਜ, ਇਸ ਤਰ੍ਹਾਂ ਸਰਬੱਤ ਨੂੰ ਮਹਾਰਾਜ ਕਹਿ ਕੇ ਸੰਬੋਧਨ ਕਰਦੇ। ਇਸੇ ਕਾਰਨ ਆਪ ਜੀ ਦਾ ਨਾਮ ਬਾਬਾ ਮਹਾਰਾਜ ਸਿੰਘ ਜੀ ਪ੍ਰਸਿੱਧ ਹੋ ਗਿਆ। ਪੰਡਤ ਸ਼ੇਰ ਸਿੰਘ ਜੀ ਵੀਰ ਮਰਗੇਸ਼ ਗੁਰਬਿਲਾਸ ਦੇਵ ਤਰੂ ਦੇ ਪੰਨਾ 1885 ਤੇ ਲਿਖਦੇ ਹਨ ਕਿ ਕਈ ਵਾਰ ਨੌਰੰਗਾਬਾਦ ਦੇ ਲੰਗਰ ਵਿੱਚ 20-20 ਹਜ਼ਾਰ ਆਦਮੀਆਂ ਦੀ ਸੰਗਤ ਦੀ ਪੰਗਤ ਲੱਗਦੀ ਰਹੀ। 700 ਮਣ ਆਟਾ ਅਤੇ 250 ਮਣ ਦਾਲ ਲੱਗਦੀ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ, ਇਸ ਦਾ ਮਤਲਬ ਹੈ ਕਿ ਇੰਨੀਆਂ ਸੰਗਤਾਂ ਆਉਂਦੀਆਂ ਸਨ ਔਰ ਇੰਨੀਆਂ ਸੰਗਤਾਂ ਨੂੰ ਰੋਜ਼ ਉਹ ਕਥਾ ਕੀਰਤਨ ਕਰਕੇ ਗੁਰੂ ਨਾਨਕ ਦੇ ਘਰ ਨਾਲ ਜੋੜਦੇ ਸਨ। ਕੱਲੀ ਲੰਗਰ ਦੀ ਮਹੱਤਤਾ ਨਾ ਸਮਝਿਓ ਵੀ ਲੰਗਰ ਬੜਾ ਚੱਲਦਾ ਸੀ, ਇਸ ਤਰ੍ਹਾਂ ਤਾਂ ਸੜਕ ਤੇ ਲਾ ਦਿਓ, ਸ਼ਾਮ ਤੱਕ ਭਾਵੇਂ ਤੁਸੀਂ ਲੱਖਾਂ ਮਣ ਵਰਤਾ ਦਿਓ, ਦੁਨੀਆ ਮੁੱਕਣੀ ਨਹੀਂ ਗੀ। ਮਤਲਬ ਕਿ ਉਸ ਡੇਰੇ ਵਿੱਚ ਸੰਗਤ ਜਾਂਦੀ ਸੀ, ਮਹਾਂਪੁਰਖ ਗੁਰੂ ਘਰ ਦੇ ਬਚਨ ਸੁਣਾਉਂਦੇ ਸਨ ਅਤੇ ਸੰਗਤਾਂ ਗੁਰੂ ਘਰ ਦੇ ਨਾਲ ਜੁੜਦੀਆਂ ਸਨ। ਅਤੇ ਫਿਰ ਗੱਫਾ ਪਾਣੀ ਲਈ ਜਦੋਂ ਲੰਗਰ ਤਿਆਰ ਹੁੰਦਾ ਸੀ ਤੇ ਦੇਖੋ ਵੀ 20-20, 30-30, 50-50 ਹਜ਼ਾਰ ਸੰਗਤ ਰੋਜ਼ ਆਉਣੀ ਮਾਇਨੇ ਰੱਖਦੀ ਹੈ। ਕਿੰਨਾ ਮਹਾਂਪੁਰਖਾਂ ਦਾ ਗੁਰੂ ਘਰ ਪ੍ਰਤੀ ਪਿਆਰ ਤੇ ਸੰਗਤਾਂ ਦਾ ਮਹਾਂਪੁਰਖਾਂ ਨਾਲ ਪਿਆਰ। ਇਹ ਜੀਵਨ ਸਾਖੀਆਂ ਸੁਣਨ ਨਾਲ ਪਤਾ ਲੱਗਦਾ ਹੈ ਕਿ ਸਾਡੇ ਮਹਾਂਪੁਰਖਾਂ ਦੀਆਂ ਕਿੱਡੀਆਂ ਕਿੱਡੀਆਂ ਇਹ ਕਮਾਈਆਂ ਸਨ, ਜਿਨ੍ਹਾਂ ਨੇ ਸਾਧ ਸੰਗਤ ਆਪ ਜੀ ਨੇ ਪਿੱਛੇ ਇਤਿਹਾਸ ਸੁਣਿਆ ਕਿ ਨਿਰਮਲੇ ਮਹਾਂਪੁਰਖਾਂ ਨੇ 500 ਗੁਰਦੁਆਰਿਆਂ ਦੀ ਖੋਜ ਕੀਤੀ ਤੇ ਉਹ ਗੁਰਦੁਆਰੇ ਅੱਜ ਸਾਡੇ ਦਰਸ਼ਨ ਦਿਦਾਰਿਆਂ ਲਈ ਖੁੱਲ੍ਹੇ ਨੇ। ਕੱਲੀ ਖੋਜ ਹੀ ਨਹੀਂ ਕੀਤੀ, ਬੜੇ ਮਹਾਂਪੁਰਖਾਂ ਗੁਰਦੁਆਰਿਆਂ ਦੀਆਂ ਸੇਵਾਵਾਂ ਕੀਤੀਆਂ ਹੀ ਨਹੀਂ, ਕਰ ਵੀ ਰਹੇ ਨੇ। ਸੋ ਇਸ ਵਾਸਤੇ ਸਾਧ ਸੰਗਤ ਤੇ ਮਾਣ ਹੋਣਾ ਚਾਹੀਦਾ ਹੈ ਕਿ ਇਹਨਾਂ ਅੱਜ ਕੱਟੜਤਾਈ ਦਾ ਪ੍ਰਚਾਰ ਕਰ ਕਰਕੇ ਲੋਕਾਂ ਦੇ ਦਿਮਾਗ ਇਉਂ ਕਰ ਦਿੱਤੇ ਨੇ। ਸਾਧ ਸੰਗਤ ਜਦੋਂ ਇਹਨਾਂ ਪੁਸਤਕਾਂ ਨੂੰ ਪੜ੍ਹਦੇ ਹਾਂ ਵੀ ਉਹਨਾਂ ਦੀਆਂ ਕਮਾਈਆਂ, ਅੱਖਾਂ ਝੁਕਦੀਆਂ, ਲੋਈ ਖੜੀ ਹੁੰਦੀ ਹੈ ਤੇ ਅੰਦਰ ਕੰਬਦਾ ਹੈ।
ਵੀ ਅਸੀਂ ਕੱਲਾ ਮਾਣ ਹੰਕਾਰ 'ਚ ਹੀ ਤੁਰੇ ਫਿਰਦੇ ਹਾਂ। ਕਿੰਨੀਆਂ ਕਿੰਨੀਆਂ ਮਹਾਂਪੁਰਖਾਂ ਦੀਆਂ ਕਮਾਈਆਂ ਤੇ ਸੇਵਾਵਾਂ, ਕਿੰਨੀਆਂ ਕਿੰਨੀਆਂ ਉਹਨਾਂ ਦੀਆਂ ਵਿੱਦਿਆ ਪੜ੍ਹੀਆਂ ਹੋਈਆਂ, ਔਰ ਕਿੰਨਾ ਜ਼ਿਆਦਾ ਉਹਨਾਂ ਦੇ ਅੰਦਰ ਸਹਿਜ ਤੇ ਨਿਮਰਤਾ। ਆਪ ਜੀ ਬਾਬਾ ਜੀ ਬਾਬਾ ਵੀਰ ਸਿੰਘ ਜੀ ਦਾ ਇਤਿਹਾਸ ਸੁਣਿਆ ਸਾਰਾ। ਸਾਧ ਸੰਗਤ ਕਿੰਨੀਆਂ ਤੋਪਾਂ ਗੋਲੇ ਚੱਲ ਰਹੇ। ਕੱਲ੍ਹ 6 ਜੂਨ ਸੀ, ਕੱਲ੍ਹ ਹੀ ਸੀ 6 ਜੂਨ। ਸਤਿਕਾਰਯੋਗ ਬਾਬਾ ਜੀ ਸੰਤ ਜਰਨੈਲ ਸਿੰਘ ਜੀ ਮਹਾਂਪੁਰਖਾਂ ਦੀ ਸ਼ਹੀਦੀ ਹੋਈ, ਨਾਲ ਸੈਂਕੜੇ ਸਿੰਘ ਸ਼ਹੀਦ ਹੋਏ। ਸਾਧ ਸੰਗਤ ਟੈਂਕ ਚੜ੍ਹਾਏ ਗਏ ਜਿਹੜੇ ਟੈਂਕਾਂ ਦੇ ਗੋਲਿਆਂ ਨਾਲ ਵੀ ਨਹੀਂ ਕੰਬਦੇ। ਫਿਰ ਸਾਧ ਸੰਗਤ ਸ਼ਬਦ ਕਰਕੇ, ਕਮਾਈ ਕਰਕੇ, ਬਾਣੀ ਕਰਕੇ, ਗੁਰੂ ਦੀ ਮਿਹਰ ਕਰਕੇ ਉਹਨਾਂ ਦੇ ਇਰਾਦੇ ਹਿਮਾਲਿਆ ਪਰਬਤ ਦੀ ਤਰ੍ਹਾਂ ਅਡੋਲ ਨੇ। ਸੋ ਇਹ ਸਥਿਤੀਆਂ ਨੇ ਅੰਦਰ ਦੀਆਂ, ਇਹ ਕਮਾਈਆਂ ਨੇ, ਇਹ ਅਵਸਥਾ ਨੇ। ਸਤਿਕਾਰਯੋਗ ਸਾਧ ਸੰਗਤ, ਇਸ ਵਾਸਤੇ ਮਹਾਂਪੁਰਖਾਂ ਦੇ ਜੀਵਨ ਸਾਨੂੰ ਪੜ੍ਹਨੇ ਚਾਹੀਦੇ, ਸੁਣਨੇ ਚਾਹੀਦੇ। ਹੋਰ ਪਤਾ ਨਹੀਂ ਕਿੰਨੀਆਂ ਕਿੰਨੀਆਂ ਵਿਦਿਆਵਾਂ ਅਸੀਂ ਪੜ੍ਹ ਲੈਂਦੇ ਹਾਂ। ਆ ਫਰੈਂਚ ਭਾਸ਼ਾ ਕਿੰਨੀ ਔਖੀ ਹੈ। ਬੱਚੇ ਫਰੈਂਚ ਕਰ ਕਰਕੇ ਵਿਦੇਸ਼ਾਂ 'ਚ ਜਾ ਕੇ ਉੱਥੇ ਉਸ ਭਾਸ਼ਾ ਦੇ ਅਨੁਸਾਰ ਨੌਕਰੀਆਂ ਲੈ ਕੇ ਕਮਾਈਆਂ ਕਰ ਰਹੇ ਨੇ। ਆ ਚੀਨੀ ਭਾਸ਼ਾ ਕਿੰਨੀ ਔਖੀ। ਮੈਂ ਕਈ ਵਾਰ ਹਾਂਗਕਾਂਗ ਗਿਆ, ਉਹ ਪਤਾ ਹੀ ਨਹੀਂ ਲੱਗਦਾ ਉਸ ਦਾ। ਸਾਡੇ ਸਿੱਖ ਜਿਹੜੇ ਨੇ ਉਹ ਚੀਨੀ ਭਾਸ਼ਾ ਦੇ ਵਿੱਚ ਸਾਧ ਸੰਗਤ ਉੱਥੇ ਜੋਬਾਂ ਕਰਦੇ ਨੇ, ਆਪਸ 'ਚ ਟਾਕ ਕਰਦੇ, ਗੱਲਬਾਤ ਕਰਦੇ ਨੇ। ਇੰਨੀਆਂ ਇੰਨੀਆਂ ਔਖੀਆਂ ਭਾਸ਼ਾਵਾਂ ਪੜ੍ਹ ਲੈਂਦੇ ਆ। ਆ ਗੁਰਮੁਖੀ ਵਿੱਚ ਸਾਡੇ ਮਹਾਂਪੁਰਖਾਂ ਦੇ ਕਮਾਈ ਵਾਲਿਆਂ ਦੇ ਜੀਵਨ ਜੇ ਨਾ ਪੜ੍ਹੇ ਜਾਣ ਤਾਂ ਫਿਰ ਐਂ ਹੋਏਗਾ ਕਿ ਉਹਨਾਂ ਦੀਆਂ ਕੀਤੀਆਂ ਹੋਈਆਂ ਕਮਾਈਆਂ ਸਾਨੂੰ ਕੁਝ ਵੀ ਪਤਾ ਨਹੀਂ ਲੱਗੇਗਾ। ਇਸ ਲਈ ਆ 3 ਮਹੀਨਿਆਂ ਤੋਂ ਲਗਾਤਾਰ ਆਪ ਜੀ ਸੁਣ ਰਹੇ ਹੋ। ਪਹਿਲੇ 5 ਸੁੱਚੇ ਮੋਤੀ ਆਪ ਜੀ ਨੇ ਸਰਵਣ ਕੀਤੇ। ਫਿਰ ਸਤਿਕਾਰਯੋਗ ਮਹਾਂਪੁਰਖ ਬਾਬਾ ਜੀ ਬਾਬਾ ਵੀਰ ਸਿੰਘ ਜੀ ਨਿਰਮਲੇ ਮਹਾਂਪੁਰਖਾਂ ਦਾ ਜੀਵਨ ਆਪ ਜੀ ਨੇ ਸੁਣਿਆ। ਹੁਣ ਟੂਕ ਮਾਤਰ ਵਿੱਚ ਇਸ ਪੁਸਤਕ ਵਿੱਚ ਵੀ ਆਇਆ ਹੈ, ਕਿਉਂਕਿ ਜਿੰਨੇ ਵੀ ਨਿਰਮਲੇ ਮਹਾਂਪੁਰਖ ਕਮਾਈ ਵਾਲੇ ਕਲਗੀਧਰ ਸੱਚੇ ਪਾਤਸ਼ਾਹ ਤੋਂ ਚਲੇ ਆ ਰਹੇ, ਉਹਨਾਂ ਸਾਰਿਆਂ ਦੇ ਆਪ ਜੀ ਨਾਮ ਸਰਵਣ ਕਰ ਰਹੇ ਹੋ। ਉਹਨਾਂ ਦੀਆਂ ਕਮਾਈਆਂ, ਉਹਨਾਂ ਦੇ ਪ੍ਰਚਾਰ, ਉਹਨਾਂ ਦੀਆਂ ਸੇਵਾਵਾਂ, ਕਿਹੜੇ ਕਿਹੜੇ ਢੰਗਾਂ ਨਾਲ ਉਹਨਾਂ ਨੇ ਇਸ ਧਰਮ ਦੇ ਖੇਤਰ ਵਿੱਚ ਕੰਟਰੀਬਿਊਸ਼ਨ ਕੀਤਾ, ਆਹੂਤੀ ਪਾਈ ਤੇ ਸੰਸਾਰ ਤੋਂ ਕੂਚ ਤਾਂ ਕਰ ਗਏ, ਸਭ ਨੇ ਜਾਣਾ। ਪਰ ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ। ਗੁਰਮੰਤ ਦੇ ਸਿਧਾਂਤ ਨੂੰ ਜਪਦਿਆਂ ਹੋਇਆਂ ਵਾਹਿਗੁਰੂ ਜੀ ਵਿੱਚ ਅਭੇਦ ਹੋਏ ਨੇ। ਸੋ ਇਸ ਵਾਸਤੇ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਲੰਗਰ ਦੇ ਸੇਵਾਦਾਰਾਂ ਨੂੰ ਕਿਤਨੀ ਕਠਿਨ ਘਾਲਣੀ ਪੈਂਦੀ ਸੀ। ਸੰਤ ਨਿਹਾਲ ਸਿੰਘ ਜੀ ਸਿਮਰਨ ਕਰਦੇ ਹੋਏ ਰਾਤ ਦਿਨ ਲੰਗਰ ਵਿੱਚ ਹੀ ਨਿਵਾਸ ਰੱਖਦੇ ਸਨ। ਜਿਹੜੀਆਂ ਲੰਗਰਾਂ ਦੀਆਂ ਸੇਵਾਵਾਂ ਕਰਦੇ ਨੇ ਨਾ ਗੁਰਮੁਖ ਪਿਆਰਿਓ, ਉਹਨਾਂ ਦੀਆਂ ਸੇਵਾਵਾਂ ਹੀ ਸਿਮਰਨ ਬਣ ਜਾਂਦਾ। ਹਜ਼ਾਰਾਂ ਸੰਗਤਾਂ ਗੱਫਾ ਛਕਦੀਆਂ, ਨਾਮ ਜਪਦੀਆਂ। ਸਤਿਕਾਰਯੋਗ ਸਾਧ ਸੰਗਤ, ਕਈ ਪਵਿੱਤਰ ਰੂਹਾਂ ਸੰਗਤ ਵਿੱਚ ਆਉਂਦੀਆਂ, ਜਦੋਂ ਗੱਫਾ ਪਾਣੀ ਛਕ ਕੇ ਅਰਦਾਸ ਕਰਦੀਆਂ ਨਾ, ਬਈ ਜਿਨ੍ਹਾਂ ਨੇ ਲੰਗਰ ਤਿਆਰ ਕੀਤਾ, ਜਿਨ੍ਹਾਂ ਨੇ ਇਹ ਰਸਤਾਂ ਲਿਆਂਦੀਆਂ, ਸੱਚੇ ਪਾਤਸ਼ਾਹ ਉਹਨਾਂ ਦੇ ਖਜ਼ਾਨੇ ਵਧਣ, ਉਹਨਾਂ ਦੀ ਵਡਿਆਈ ਵਧੇ, ਉਹਨਾਂ ਨੂੰ ਗੁਰਸਿੱਖੀ ਜੀਵਨ ਮਿਲੇ। ਤੇ ਮਹਾਂਪੁਰਖਾਂ ਦੀਆਂ ਗੁਰਮੁਖਾਂ ਦੀਆਂ ਕੀਤੀਆਂ ਹੋਈਆਂ ਅਰਦਾਸਾਂ ਬਹੁਤ ਬਲੈਸਿੰਗ ਦੇ ਜਾਂਦੀਆਂ ਹਨ। ਇਸ ਵਾਸਤੇ ਮਹਾਂਪੁਰਖ ਨਾਲੇ ਲੰਗਰ ਵਿੱਚ ਰਹਿੰਦੇ, ਉੱਥੇ ਹੀ ਆਰਾਮ ਕਰਦੇ। ਬੜਾ ਲੰਮਾ ਸਮਾਂ ਰਾੜਾ ਸਾਹਿਬ ਵਿਖੇ ਸੇਵਾ ਕਰਦੇ ਹੋਏ ਮਹਾਂਪੁਰਖਾਂ ਨੇ ਆਪਣਾ ਸਾਰਾ ਜੀਵਨ ਬਿਤਾਇਆ। ਅੱਜ ਵੱਡੇ ਮਹਾਂਪੁਰਖਾਂ ਦੇ ਬਰਾਬਰ ਉਹਨਾਂ ਦੀ ਬਰਸੀ ਮਨਾਈ ਜਾਂਦੀ ਹੈ। ਸਾਡੇ ਵੱਡੇ ਮਹਾਂਪੁਰਖ ਅਤੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਦਾਦਾ ਗੁਰੂ ਜੀ, ਉਹਨਾਂ ਦੇ ਜੈਨ ਹੁਸ਼ਿਆਰਪੁਰ ਅਸਥਾਨ 'ਤੇ ਕਾਲੇ ਬਸਤਰਾਂ ਵਾਲੇ ਮਹਾਂਪੁਰਖਾਂ ਦੇ ਸੇਵਕ
ਦਾਸ ਨੇ ਉਹਨਾਂ ਦੇ ਦਰਸ਼ਨ ਕੀਤੇ, ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਮਹਾਂਪੁਰਖਾਂ ਦੇ ਲੰਗਰ 'ਚ ਸੇਵਾ ਕੀਤੀ। ਉਹਨਾਂ ਦੇ ਚਰਨ ਸੇਵਾ ਕਰ ਕਰਕੇ ਸਾਧ ਸੰਗਤ ਪਾਣੀ ਦੇ ਨਾਲ, ਜਲ ਦੇ ਨਾਲ, ਸਫਾਈ ਨਾਲ, ਹਮੇਸ਼ਾ ਜਲ ਵਿੱਚ ਰਹਿਣਾ, ਚਮੜੀ ਉਧੜੀ ਹੁੰਦੀ ਸੀ। ਪਰ ਮਹਾਂਪੁਰਖ ਸਾਧ ਸੰਗਤ ਕਦੇ ਸੰਗਤ ਦੀ ਸੇਵਾ ਤੋਂ ਕੰਨੀ ਨਹੀਂ ਕਤਰਾਉਂਦੇ ਸੀ, ਕਦੇ ਛੁੱਟੀ ਨਹੀਂ ਸੀ ਕਰਦੇ। ਹਮੇਸ਼ਾ ਸੰਗਤ ਦੇ ਵਿੱਚ ਰਹਿਣਾ, ਸੇਵਾ ਦੇ ਵਿੱਚ ਰਹਿਣਾ। ਦਾਸ ਨੇ ਉਹਨਾਂ ਦੇ ਦਰਸ਼ਨ ਕੀਤੇ, ਇੰਨੇ ਮਿੱਠ ਬੋਲੜੇ, ਐਡਾ ਸੁੰਦਰ ਦਾੜਾ ਉਹਨਾਂ ਦਾ, ਲਾਲ ਚਿਹਰਾ ਦਗ-ਦਗ ਕਰਦਾ। ਸਾਧ ਸੰਗਤ ਸੇਵਾ ਵਿੱਚੋਂ ਵੀ ਬੜੀਆਂ ਬਰਕਤਾਂ ਮਹਾਂਪੁਰਖਾਂ ਨੂੰ ਮਿਲੀਆਂ ਨੇ। ਸੋ ਸਾਨੂੰ ਇਹ ਸੇਧ ਮਿਲਦੀ ਹੈ ਕਿ ਜੇ ਅਸੀਂ ਲੰਗਰਾਂ ਵਿੱਚ ਸੇਵਾ ਕਰਦੇ ਹਾਂ, ਪਿਆਰ, ਇਤਫਾਕ, ਏਕਤਾ, ਧੀਰਜ, ਸਹਿਜ ਦੇ ਨਾਲ ਸਾਧ ਸੰਗਤ ਆਪਾਂ ਨੂੰ ਇੱਕ ਦੂਸਰੇ ਨਾਲ ਵਰਤਾਓ ਕਰਨਾ ਚਾਹੀਦਾ ਹੈ। ਜਿਵੇਂ ਦੁਕਾਨਦਾਰ ਗਾਹਕ ਨੂੰ ਰੱਬ ਦਾ ਰੂਪ ਮੰਨਦਾ ਹੈ, ਇਵੇਂ ਸੰਗਤ ਵਿੱਚ ਭੋਜਨ ਛਕਣ ਵਾਲੀ ਸੰਗਤ ਵੀ ਸੇਵਾਦਾਰਾਂ ਲਈ ਰੱਬ ਰੂਪ ਹੁੰਦੀ ਹੈ। ਸੋ ਸੇਵਾ ਸਿਮਰਨ ਵਾਲੀ ਆਤਮਾ ਵਿੱਚ ਰਿੱਧੀਆਂ ਸਿੱਧੀਆਂ ਸੁਭਾਵਕ ਹੀ ਆ ਜਾਂਦੀਆਂ ਹਨ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ। ਇੱਕ ਦਿਨ ਲੰਗਰ ਵਿੱਚ ਦੇਗੇ ਵਿਚਲੀ ਦਾਲ ਉਬਲ ਗਈ। ਕੜਛੀ ਨਾ ਮਿਲਣ ਕਰਕੇ ਛੇਤੀ ਨਾਲ ਉਬਲਦੀ ਦਾਲ ਵਿੱਚ ਮਹਾਂਪੁਰਖਾਂ ਨੇ ਬਾਂਹ ਫੇਰ ਦਿੱਤੀ। ਆਪ ਜੀ ਦੀ ਬਾਂਹ ਬਗੈਰ ਜਲੇ ਮਚੇ ਤੋਂ ਠੀਕ ਰਹੀ ਅਤੇ ਬਾਂਹ 'ਤੇ ਕੋਈ ਅਸਰ ਨਹੀਂ ਹੋਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਦੇ ਜਿਹੜੇ ਫੇਸਬੁੱਕੀਏ ਨੇ ਨਾ, ਉਹਨਾਂ ਇਹਨਾਂ ਗੱਲਾਂ ਨੂੰ ਨਹੀਂ ਮੰਨਣਾ। ਉਹਨਾਂ ਦੇ ਦਿਮਾਗ ਤੇ ਇੰਨੇ ਖਰਾਬ ਨੇ, ਉਹ ਕਿੱਥੇ ਮੰਨਣਗੇ ਇਹਨਾਂ ਲਿਖਤਾਂ ਨੂੰ। ਪਰ ਹਕੀਕਤ ਹੈ, ਸਤਿਕਾਰਯੋਗ ਸਾਧ ਸੰਗਤ ਜਿਹੜੇ ਨਾਮ ਬਾਣੀ ਵਾਲੇ ਬਹੁਤ ਭਿੱਜੀਆਂ ਹੋਈਆਂ ਰੂਹਾਂ ਨੇ ਨਾ ਆਪਣੀਆਂ, ਦੇਖੋ ਨਾ, ਸੇਵਾ ਦੇ ਕਰਕੇ ਦੇਖਿਆ ਵੀ ਨਹੀਂ ਮਿਲਿਆ, ਦਾਲ ਉਬਲ ਰਹੀ ਹੈ, ਉਹਨਾਂ ਵਿੱਚ ਉਹਦੇ ਆਪਣੀ ਬਾਂਹ ਹੀ ਫੇਰ ਦਿੱਤੀ। ਇੱਕ ਨਹੀਂ, ਬੜੇ ਇਤਿਹਾਸ ਆਪ ਜੀ ਤਵਾਰੀਖਾਂ ਵਿੱਚ, ਗੁਰੂ ਘਰ ਦੀਆਂ ਸਿੱਖਾਂ ਦੀਆਂ ਵਿੱਚ ਸੁਣਦੇ ਹੋ। ਸੋ ਜੇ ਤੱਤੇ ਥੰਮ ਦੇ ਨਾਲ ਜੱਫੀ ਪਾ ਕੇ ਭਗਤ ਨਹੀਂ ਜਲੇ, ਰੱਬ ਦੇ ਪਿਆਰੇ ਜਿਉਂ ਕਿ ਤਿਉਂ ਰਹੇ। ਅਸੀਂ ਕੋਈ ਤਾਂ ਪਤਾ ਨਹੀਂ ਪੁਰਾਣੀ ਸਤਿਯੁਗ ਦੀ ਗੱਲ ਹੈ, ਸਹੀ ਹੈ ਕਿ ਗਲਤ ਹੈ। ਨਾ, ਤਾਤੀ ਵਾਓ ਨਾ ਲੱਗਈ, ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੇ ਨਾ ਪਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ ਏਕਾ ਲਿਵ ਲਾਈ। ਰਾਖ ਲਿਏ ਤਿਨ ਰੱਖਣ ਹਾਰ, ਸਭ ਬਿਆਦ ਮਿਟਾਈ, ਕਉ ਨਾਨਕ ਕਿਰਪਾ ਭਈ, ਪ੍ਰਭ ਪਏ ਸਹਾਈ। ਇਹ ਕਮਾਈ ਵਾਲਿਆਂ ਦੇ ਬਚਨ ਨੇ। ਸਾਧ ਸੰਗਤ ਜਿਉਂ ਜਿਉਂ ਕੰਨਾਂ 'ਚ ਪੈਂਦੇ ਨੇ, ਤਿਉਂ ਤਿਉਂ ਨਿਮਰਤਾ ਹੁੰਦੀ ਹੈ। ਮੈਂ ਸਵੇਰ ਦੀ ਨਿਮਰਤਾ, ਸਵੇਰ ਦੀ ਕਲਾਸ ਵਿੱਚ 3 ਬਚਨ ਰੱਖੇ ਸਨ। ਨਿਵਣ ਸੋ ਅੱਖਰ ਖਵਣ ਗੁਣ, ਜੇਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸਾਵੀ ਕੰਤ। ਜੇ ਵਾਹਿਗੁਰੂ ਦੇ ਦੇਸ਼ ਜਾਣਾ, ਜੇ ਵਾਹਿਗੁਰੂ ਦੇ ਦਰਸ਼ਨ ਕਰਨੇ ਹੈ, ਜੇ ਪ੍ਰਮਾਤਮਾ ਦੀ ਪ੍ਰਸੰਨਤਾ ਲੈਣੀ ਹੈ, ਨਿਮਰਤਾ, ਸਹਿਜਤਾ ਤੇ ਸਿਮਰਨ, ਇਹ 3 ਗੁਣ ਗੁਰਸਿੱਖ ਵਿੱਚ ਜ਼ਰੂਰ ਚਾਹੀਦੇ ਨੇ। ਜਗਿਆਸੂ ਵਿੱਚ, ਗੁਰੂ ਘਰ ਵਿੱਚ ਆਉਣ ਵਾਲੇ ਲਈ ਜ਼ਰੂਰ ਚਾਹੀਦੇ ਨੇ। ਇਸ ਵਾਸਤੇ ਮਹਾਂਪੁਰਖਾਂ ਦੀ ਬਾਂਹ ਨੂੰ ਕੁਛ ਨਹੀਂ ਹੋਇਆ। ਸਿੰਘਾਂ ਨੇ ਗੱਲ ਬਾਬਾ ਵੀਰ ਸਿੰਘ ਜੀ ਨੂੰ ਦੱਸੀ ਤਾਂ ਬਾਬਾ ਜੀ ਨੇ ਫਰਮਾਇਆ, ਇਹ ਮਹਾਂਪੁਰਖਾਂ ਦੇ ਟਾਈਮ ਦੀ ਗੱਲ ਹੈ, ਫਰਮਾਇਆ ਭਾਈ ਇਹ ਸੇਵਾ ਸਿਮਰਨ ਨਾਲ ਰਿੱਧੀਆਂ ਸਿੱਧੀਆਂ ਸੁਭਾਵਕ ਆ ਜਾਂਦੀਆਂ ਹਨ। ਸੇਵਾ ਕਰਦਿਆਂ ਕੋਈ ਸੁਭਾਵਕ ਸ਼ਕਤੀ ਵਰਤੀ ਜਾਵੇ ਤਾਂ ਕੋਈ ਦੋਸ਼ ਨਹੀਂ ਹੁੰਦਾ। ਇਹ ਲੋਕਾਂ ਨੂੰ ਦਿਖਾਉਣ ਲਈ ਥੋੜ੍ਹੀ ਸੀ ਬਈ ਲੈ ਮੈਨੂੰ ਕੜਛੀ ਨਹੀਂ ਮਿਲੀ ਤੇ ਮੈਂ ਬਾਂਹ ਫੇਰਨ ਲੱਗਾ ਕਿਉਂਕਿ ਮੇਰੀ ਬਾਂਹ ਸੜਨੀ ਨਹੀਂ। ਨਾ ਭਾਈ, ਪਰ ਹਉਮੈ ਹੰਕਾਰ ਵਿੱਚ ਲੋਕਾਂ ਨੂੰ ਨਾਟਕ ਚਿਟਕ ਵਿਖਾਉਣੇ ਗੁਰਮਤਿ ਦੇ ਉਲਟ ਹਨ।
सो बाबा महाराज सिंह जी सर्व शक्ति संपन्न नाम अभ्यासी सेवा दे पुंज पूर्ण ज्ञानवान आत्मदर्शी सन। बाबा जी बाबा वीर सिंह जी की शहीदी समय हरि के पत्तन ते बाबा महाराज सिंह जी बाबा वीर सिंह जी की आग्या नाल सारी रात लंगर तैयार करते रहे, कड़ाह प्रसाद के कड़ाहे कढ़ते रहे, बंदूकों की छलक अगे तोपां के गोलियां विच आप जी ने लंगर की सेवा नूं जारी रखिया। लंगर की सेवा करदियां रात दिन हर समय सिमरन जारी रहिंदा। पंज बाणियां दे नितनेम तो उपरंत जपजी साहिब सुखमनी साहिब अते अकाल उस्तत दे कई पाठ करते सन। उपरंत वाहिगुरू मंत्र का सिमरन लगातार जारी रहिंदा सी। गल्ली असी चंगियां आचारी बुरियां मनो कसुद्दां कालियां बाहर चिट्टियां। ये गल्लां नहीं है साध संगत, ये गल्लां नहीं है, ये महापुरखां दा रियलिटी जीवन है, ये उन्हां दी कमाई है। मैं परसों बचन कीता सी सतगुर सच्चे पातशाह खरियां नूं खजाने च पाउंदे ने ते खोटियां नूं बाहर सुट्टदे ने। खरे खजाने पाई है ते खोटे सटी है बाहर बाहर। ते खरे कौन ने? ऐसे कमाई वाले जिन्हां दे अंदर हौमे नहीं है। सो सेवा सिमरन नाल आप जी की आत्मा बहुत उच्ची हो चुकी सी। नौरंगाबाद कोई दिन रहन तो उपरंत डेरे का प्रबंध बाबा खुदास सिंह जी अते बाबा छोटे वीर सिंह जी नूं संभाल के आप पिंड मुठियां वाले चले गए। इत्थे बाबा वीर सिंह जी की याद विच स्थान कायम किया गया। मुठियां वाले तो अमृतसर पहुँच के बाबा वीर सिंह जी की याद विच बहुत वड्डा समागम किया। इस समय अथा इकट्ठ होया जिस विच साधु महात्मा संत सदगृस्तियां तो इलावा हिंदू मुसलमान भी बहुत संख्या विच पुजे। बाबा जी ने इस इकट्ठ विच अंग्रेज़ों की पंजाब विच बेलोड़ी दखल अंदाजी का विरोध भी किया बाबा महाराज सिंह जी ने, ਅਤੇ संकेत भी किया कि सर्व पंजाबियों के सहयोग नाल फरंगियां नूं पंजाब विचों कढ़ण दा यतन किया जाए। अज जिहड़ियां साध संगत ते आज़ादियां ने ना, ये इन्हां महापुरखां दीयां कीतियां होईयां घालणां दे फल स्वरूप है। इस करके सानू अपने पूर्वजां अपने वडेरियां अपने महापुरखां नूं कदे भुलना नहीं चाहिए। आप जी दे उदाले इतना इकट्ठ वेख के फिरंगी होर घबरा गया अते पुलिस द्वारा हर समय निगरानी होण लगी। महाराणी जिंदा जदों अमृतसर विच दर्शन करन आउंदी तां महाराजा दलीप सिंह समेत बाबा महाराज सिंह जी की सेवा विच अवश्य हाजिर हुंदी। अंग्रेज बाबा जी नूं होर कैरी अख नाल वेखण लगे। बाबा जी दे प्रभाव नूं खत्म करन वास्ते बाबा जी ते केस चलाउण वास्ते प्रेमा नाम दे पहाड़िए नूं तैयार कीता। ये पहाड़िया गुलाब सिंह डोगरे दा साथी गार्ड रह चुका सी। इस कोलों इस भाव दा बयान दवाया गया कि बाबा महाराज सिंह रेजिडेंट लारंस अते उसदे साथियां नूं कतल करना चाहुंदे ने। ऐसियां साजिशां अंग्रेज भी करते रहे ते साध संगत अज दे काले अंग्रेज भी कर रहे हैं। ये कुटलनीतियां ओहो ही चल रही हैं। महाराणी जिंदा नाल भी गुप्त गल चल रही सी। इस बारे लैफ्टिनेंट कर्नल S.M. लारंस ने गवर्नर जनरल डलहौजी नूं 1 जून 1847 नूं एक पत्रिका लिखी जिस विच दर्ज सी प्रेमा मैनू 4 वार मिल चुका है। वो कहता है कि महाराज सिंह अमृतसर का प्रभावशाली सिख है। उसके शकीया विहार बारे मैनू कई खबरां मिल चुकियां। वो अजिहा हर काम करदा जो उसनूं महाराणी जिंदा आखदी है। चुगलखोरां ने काम चुगली का ही करना है।
आप जी ने छोटी जी साखी कई बारी कई विद्वानों तो सुनी होएगी कि कोई महापुरख दरिया के किनारे ते बैठे ने, एक बिच्छू पानी विच उन्होंने देखा, विचारा छल्लां खा रहा है। महापुरखा ने बिच्छू नूं फड़ के बाहर कढ़ दिता, उन्हें डंग मारिया, वो घुमदा घुमाउंदा फिर रिड़दा पानी च चला गया। महापुरखा फिर कढ़िया, उन्हें फिर डंग मारिया, उन्हें फिर कढ़ दिता। श्रद्धालुआं ने कहा, महाराज बार बार इस बिच्छू नूं क्यों हथ लाउंदे हो? बिच्छू दा ते काम ही डंग मारना है, तुसीं इहनूं महाराज कहंदे हद हो गई भलिया, ये अपना काम नहीं छड्डदा ते असीं आखो सतनाम, असीं अपना काम क्यों छड्डीए बई? ਇਹਦਾ ਕੰਮ है डंग मारना ते साडा काम है बचाउणा। ये अपना काम करी जावे, आपां अपना काम कर रहे। ये छोटी जी टूक तो पता लगदा है कि पर उपकारी महात्मा जिहड़े ने, भावें लोग जो मर्जी बोली जान, जो मर्जी करी जान, वो अपने मार्ग ते सिद्धे हो के तुरे रहिंदे हन, अडोल रहिंदे हन। सो चुगल लोगों ने की करना है? उन्हां कोल है ही चुगली है जी। श्री गुरु अर्जन देव महाराज सच्चे पातशाह जी महान आत्मा, निमरता दे सोमे, शांति दे पर्वत, ते देख लो किड्डे दयालु उन्हां दे जेड़े भरा प्रिथी चंद, इन्ने ज़्यादा कुटल, इन्ने ज़्यादा कुरख्त, इन्ने ज़्यादा गलत मार्ग ते चलण वाले कि सच्चे पातशाह लाहौर गए ने, महाराज उत्थों चिट्ठियां पाउंदे ने गुरु रामदास पातशाह पिता जी नूं कि मेरा दर्शन करन ते चित करदा, महाराज आप जी कृपा करो, हुक्म करो, मेरा मन लोचे गुरदर्शन ताई, बिलप करे चातरक की न्याई। ते चिट्ठी प्रिथी चंद लै लैंदा, कहंदा ये लाहौर ही रहे ते चंगी गल है, उत्थे ही मर खप जाए ते चंगी गल है, मतलब कि गद्दी मैनू मिल जाए। ये अज तो नहीं, ये परंपरा इस तरह ही चली आई है। अज कोई नवे नहीं लोग संतां दे विरोधी होए, ते सतगुरु जी सरोपा दिंदे ने विरोधियां नूं। वो किहड़ा है? संतां नाल वैर कमावदे, दुष्टां नाल, किसे नाल तो प्यार करदे ही होणगे ना बेचारे भले मानस, फिर वो दुष्टां नाल प्यार करदे ने। संतां नाल वैर कमावदे, दुष्टां नाल मोह प्यार, ते सतगुरु कहंदे आगे पाछे सुख नहीं मर जम्मे वारो वार, जमदे ते मरदे रहिंदे ने। सो मैं बेनती करदा, लाइव भी सारे चल रहा है, रिकॉर्ड भी रहना है। साध संगत बाणी दा पन्ना पन्ना कहंदा, गुरमुखां दी संगत, साधुआं दी संगत, भलियां दी संगत, परोपकारियां दी संगत, महापुरखां दी संगत करो। एक भी कोई पंक्ति सानू कढ़ के दिखाओ जिहड़ी कहंदी निंदकां दा संग करो, मूर्खां दा संग करो। महाराज कहंदे मूर्खां कोलों दूरे जाइए, इन्हां कोल दूर हो जाना चाहिए। संग कुसंगी बैसते तब पूछे धर्म राय, लिखा देना पऊ। एक मिनट किसी निंदक कोल बह जाओ, तुसी 20 साल इत्थे संगत करदे होवो, उन्हें एक मिनट तुहाडी कीती कराई ते सुहागा एक मिनट। ते जिवें आपां बीमारी तो बचा करना है ना, इवें इन्हां लोकां तो बचा करना भी। निंदक दे एक मिनट भी संगत कदे नहीं ना होवे। जदों भी संगत होवे, वाहिगुरु जी कबीर संगत साध की दिन दिन दूना, साकतकारी कांबरी धोए होए ना सेत। कबीर साधु की संगत रहो, जौं की भूसी खाओ, रुखी मिस्सी खा लो, गरीबी कट लो, है जी, लोकां दे ताने मेहणे जर लो, पर किसे नास्तिक दा संग ना करो।
कबीर साधु की संगत रहो, जौ की भूसी खाओ, होनहार सो होए है साकत संग ना जाओ। वरजदा है सानू महाराज। इस करके साध संगत इन्हां ने अपनियां कुटल नीतियां वरतियां। असी प्रेमे नूं 12 सरदारां दे अगे पेश कीता। ਉਹ ਇਹ ਸਮਝਦੇ ਹਨ ਕਿ ਪ੍ਰੇਮਾ ਬੂਟਾ ਸਿੰਘ ਨੂੰ ਮਿਲਿਆ ਸੀ ਅਤੇ ਉਸ ਨੂੰ ਰਾਣੀ ਨੇ ਮਹਾਰਾਜ ਸਿੰਘ ਕੋਲ ਭੇਜਿਆ। ਇਸੇ ਪੱਤਰਕਾ ਵਿੱਚ ਅੱਗੇ ਲਿਖਿਆ, ਪ੍ਰੇਮਾ ਗੱਲਾਂ ਤੇ ਕਰਦਾ ਹੈ ਕਿ ਕਈ ਸਰਦਾਰ ਇਸ ਨਾਲ ਸੰਬੰਧ ਰੱਖਦੇ ਹਨ। ਹੁਣ ਜਦੋਂ ਕਿਸੇ ਨੇ ਮੰਤਰਾਂ ਵਾਂਗੂ ਕਰਨੀ ਕੋਈ ਨਾ ਕੋਈ ਟੇਢੀ ਗੱਲ ਹੈ ਤੇ ਅਸਰ ਤੇ ਹੋ ਹੀ ਜਾਣਾ। ਕਿਸੇ ਜੱਟ ਵਿਚਾਰੇ ਕੋਲੋਂ ਭਲੇ ਮਾਨਸ ਕੋਲੋਂ ਠੱਗਾਂ ਨੇ ਬੌਲਦ ਠੱਗ ਲਿਆ। ਉਹ ਕਿਵੇਂ ਠੱਗਿਆ ਜੀ? ਇੱਕ ਠੱਗ ਮਿਲਿਆ, ਉਹ ਕਹਿੰਦਾ ਜੱਟਾ ਕੀ ਲਿਆਇਆ? ਕਹਿੰਦਾ ਬੌਲਦ। ਉਹ ਤੇਰਾ ਭਲਾ ਜੇ ਬੌਲਦ ਕਿੱਥੋਂ ਆਵੇ? ਇਹ ਤਾਂ ਭੇਡੂ ਹੈ। ਉਹ ਕਹਿੰਦਾ ਜਾਗਾ ਮਾਰ ਕੇ ਤੇਰੇ 2 ਭੇਡੂ ਦਿਸਦਾ ਤੈਨੂੰ? ਇਹ ਤੇ ਬੌਲਦ ਆ। ਅੱਗੇ ਕਿਲੋਮੀਟਰ ਤੇ ਇੱਕ ਹੋਰ ਠੱਗ ਖਲੋਤਾ। ਉਹ ਕਹਿੰਦਾ ਜੱਟਾ ਕੀ ਲਿਆਇਆ? ਕਹਿੰਦਾ ਬੌਲਦ। ਕਹਿੰਦਾ ਮੂਰਖ ਹੈ ਤੇ ਬੱਕਰਾ? ਤੇਰਾ ਬੇੜਾ ਬਹਿ ਜੇ, ਬੱਕਰਾ ਕਿੱਥੋਂ ਆਵੇ? ਜਦੋਂ ਤੀਸਰੇ ਠੱਗ ਨੇ ਕੁਛ ਕਿਹਾ ਹੋਰ ਤੇ ਉਹ ਜੱਟ ਦੇ ਮਨ 'ਚ ਮਾੜਾ ਜਿਹਾ ਕੋਈ ਡੱਕਾ ਆ ਗਿਆ। ਕਹਿੰਦਾ ਵੀ ਕਿਸੇ ਨੂੰ ਕੁਛ ਦਿਸਦਾ ਹੈ, ਕਿਸੇ ਨੂੰ ਕੁਛ ਦਿਸਦਾ ਹੈ। ਇੱਕ ਵਿਚਾਰਾ ਦੂਰ ਖਲੋਤਾ, ਕਹਿੰਦਾ ਜੱਟਾ ਕੀ ਲਿਆ? ਕਹਿੰਦਾ ਬੌਲਦ। ਕਹਿੰਦਾ ਮੂਰਖਾ ਛਲੇਡਾ ਹੈ। ਕਦੇ ਕੋਈ ਰੂਪ ਬਣਾਉਂਦਾ, ਕਦੇ ਕੋਈ ਬਣਾਉਂਦਾ। ਜੱਟ ਵਿਚਾਰੇ ਆਖਿਆ ਵੀ ਪੈਸੇ ਤੇ ਗਏ, ਸੋਰੀ ਬਲਾ ਗਲੋਂ ਲਾਓ। ਉਹਨੇ ਰੱਸਾ ਛੱਡ ਦਿੱਤਾ। ਉਹ ਜਿਹੜੇ ਠੱਗ ਸੀ ਉਹ ਲੈ ਗਏ। ਇਵੇਂ ਸਾਧ ਸੰਗਤ ਅਸਰ ਹੋ ਜਾਂਦਾ ਹੈ। ਪਰ ਸਾਨੂੰ ਇਸ ਪੱਖ ਤੋਂ ਵੀ ਸੁਚੇਤ। ਆਪ ਜੀ ਕਈ ਵਾਰ ਕਥਾ ਸੁਣਦੇ ਹੋ ਕਥਾਵਾਚਕਾਂ ਦੀਆਂ, ਤੇ ਕਈ ਇੰਨੇ ਜ਼ਿਆਦਾ ਕਥਾਵਾਚਕ ਪ੍ਰਚਾਰਕ ਤਕੜੇ ਨੇ ਕਿ ਸ਼ੁਰੂ ਹੀ ਨਿੰਦਿਆ ਤੋਂ ਕਰਦੇ ਨੇ। ਸੰਤ ਸ਼ਬਦ ਤੇ ਤਾਂ ਇੰਨੀ ਅਲਰਜੀ ਕਰਦੇ ਆ। ਕਿੰਨੇ ਦਿਨ ਹੋ ਗਏ ਆਪ ਜੀ ਸੁਣ ਰਹੇ ਹੋ ਮਹਾਂਪੁਰਖਾਂ ਦੇ ਪਰਉਪਕਾਰ, ਨਿਰਮਲ ਪੰਥ ਦੀ ਗੌਰਵ ਗਾਥਾ। ਮੈਨੂੰ ਸਵੇਰੇ ਕੈਨੇਡਾ ਤੋਂ ਫੋਨ ਆਇਆ। ਉਹ ਕਹਿਣ ਲੱਗੇ ਅਸੀਂ ਹਰ ਰੋਜ਼ ਸੁਣਦੇ ਹਾਂ, ਸਾਨੂੰ ਨਹੀਂ ਸੀ ਪਤਾ। ਅਸੀਂ ਇਹ ਜ਼ਰੂਰ ਜਾਣਦੇ ਸਾਂ ਵੀ ਨਿਰਮਲੇ ਸੰਤ ਹੁੰਦੇ ਨੇ, ਪਰ ਇੰਨਾ ਪਰਉਪਕਾਰ ਇਹਨਾਂ ਦਾ। ਉਹ ਕਹਿੰਦੇ ਅਸੀਂ ਪਤਾ ਨਹੀਂ ਕਿੰਨੇ ਜਣਿਆਂ ਨੂੰ ਇਹ ਅੱਗੇ ਸੈਂਡ ਕਰਦੇ ਹਾਂ, ਭਾਈ ਸੁਣੋ ਮਹਾਂਪੁਰਖਾਂ ਦੇ ਪਰਉਪਕਾਰ। ਉਹ ਕਹਿੰਦੇ ਅਸੀਂ ਜਿੰਨਾ ਤੁਸੀਂ ਇਹ ਪੂਰਾ ਸੁਣਾਓਗੇ ਅਸੀਂ ਦੁਬਾਰਾ ਇਸ ਨੂੰ ਫੇਰ ਸੁਣਾਂਗੇ। ਕਾਰਨ ਕਿ ਸਾਧ ਸੰਗਤ ਰੱਬ ਦੇ ਪਿਆਰਿਆਂ ਦੇ ਨਾਮ ਹੀ ਲੈ ਲਈਏ ਨਾ। ਆਪਾਂ ਬਾਬਾ ਦੀਪ ਸਿੰਘ ਜੀ ਨਹੀਂ ਦੇਖੇ, ਭਾਈ ਮਨੀ ਸਿੰਘ ਜੀ ਅਸੀਂ ਨਹੀਂ ਦੇਖੇ। ਉਹਨਾਂ ਦਾ ਤੁਸੀਂ ਨਾਮ ਲਓ, ਨਾਮ ਲੈਂਦਿਆਂ ਮਨ ਅੰਦਰ ਸਾਧ ਸੰਗਤ ਕੋਈ ਬਲ ਆ ਜਾਂਦਾ ਹੈ। ਭਗਤ ਕਬੀਰ ਜੀ ਦਾ ਜਨਮ ਦਿਹਾੜਾ ਪਰਸੋਂ ਚੌਥ ਲੰਘਿਆ। ਮੈਂ ਬਚਨ ਸੁਣਾਏ ਸੀ ਸੰਗਤ ਨੂੰ, ਬਾਬਾ ਕਬੀਰ ਜੀ ਦਾ ਨਾਮ ਲਓ, ਉਹਨਾਂ ਦੇ ਪਰ ਉਪਕਾਰ ਸਾਧ ਸੰਗਤ ਸਾਰੇ ਅੰਦਰ ਹਵਾ ਦੀ ਤਰ੍ਹਾਂ ਆ ਜਾਂਦੇ ਨੇ। ਮਤਲਬ ਕਿ ਪਰ ਉਪਕਾਰੀ ਮਹਾਂਪੁਰਖ ਨੇ ਨਾ ਇਹ। ਤੇ ਉਹਨਾਂ ਦਾ ਨਾਮ ਲੈਣਾ। ਗੁਰਬਾਣੀ ਵਿੱਚ ਬਚਨ ਕੀਤਾ ਮਹਾਰਾਜ ਨੇ, ਜੇ ਕੋ ਜੀਓ ਕਹੇ ਉਹਨਾਂ ਕੋ ਤੇ ਜਮ ਕੀ ਤਲਬ ਨਾ ਹੋਏ। ਕੱਲਾ ਇੰਨਾ ਹੀ ਕਹਿ ਦੇਵੇ ਕਿਸੇ ਮਹਾਂਪੁਰਖ ਨੂੰ, ਆਓ ਜੀ ਜੀ ਆਇਆਂ ਨੂੰ, ਇੰਨਾ ਹੀ ਬਸ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਜੇ ਕੋ ਜੀਓ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਜਮ ਨਹੀਂ ਮੁੜ ਕੇ ਉਸ ਨੂੰ ਫੜ ਕੇ ਲੈ ਜਾਂਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਇਸ ਲਈ ਸਾਧ ਸੰਗਤ ਰੱਬ ਦੇ ਪਿਆਰਿਆਂ ਦਾ ਸਤਿਕਾਰ ਕਰੀਏ, ਉਹਨਾਂ ਦੀਆਂ ਜੀਵਨੀਆਂ ਪੜ੍ਹੀਏ ਤਾਂ ਕਿ ਸਾਡੇ ਮਨ ਨਿਮਰਤਾ 'ਚ ਰਹਿਣ। ਕਮਾਈ ਵਾਲਿਆਂ ਦੀ ਕਮਾਈ ਦੀ ਕੋਈ ਥੋੜ੍ਹੀ ਜਿਹੀ ਕਣੀ, ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕਿ ਮਹਿਮਾ ਕੋਈ ਕਿਣਕਾ ਮਾਤਰ ਉਹਨਾਂ ਦਾ ਸਾਡੇ ਅੰਦਰ ਵਸ ਜਾਏ। ਸੋ ਇਹ ਕਮਾਈ ਵਾਲਿਆਂ ਦੀਆਂ ਜੀਵਨੀਆਂ ਆਪ ਜੀ ਸੁਣ ਰਹੇ ਹੋ। ਇਸ ਕੇਸ ਦਾ ਸਰਕਾਰੀ ਮੁਖਬਰ ਪ੍ਰੇਮਾ ਭਾਵੇਂ ਕੋਈ ਸਬੂਤ ਨਹੀਂ ਦੇ ਸਕਿਆ, ਪਰ ਫਿਰ ਵੀ ਪ੍ਰੇਮੇ ਦੀ ਮੁਖਬਰੀ ਨੂੰ ਆਧਾਰ ਬਣਾ ਕੇ ਫਰੰਗੀਆਂ ਨੇ
बाबा महाराज सिंह जी नूं गिरफ्तार कर लिया। सरकारां कोल सत्ता है। मैं कल 2 पॉइंट रखे सी, सत्त ते सत्ता। जेड़ा सत्तावादी है ਉਹਦੇ ਕੋਲ पावर है, सतवादी कोल भी पावर है, पर ਉਹਦੀ ਕੱਲੀ ਬੇਨਤੀ अकाल पुरख वाहिगुरु कोल है। ਉਹਨੇ ਜਦੋਂ अरदास करनी है ਉਹਦੇ चरणों 'ਚ करनी है। सतवादी ने कदे राजे महाराजे अगे जाके हथ जोड़ के नहीं बेनती करनी जी मैनू बख्श दिओ जी। सत दा ते सत्ता दा ये शुरू तो ओपोजिशन चलिया है। सतवादी अपना जो भी सत्तावादी जिहड़े लोग ने उन्हां कोल पावर है। हुण सानू हिंदुस्तान दी सरकार आ देखो ना, कहंदे भी मूँह ते तुसीं आ लगा के रखो मास्क, घरां 'च तुसीं सारे इकट्ठे रहिंदे हो, बाज़ारां दे विच साध संगत लोग किन्नी दुनिया तुरी फिरदी है ते गुरुद्वारे सारे बंद कीते पए ने हैं जी। हुण मूँह ते तुसीं मास्क लगाओ, नहीं लगा 500 रुपया जुर्माना, 500 रुपया दे दिओ ते काम ठीक हो गया। तो फिर माया का उपराला नहीं सारा। मैं गलत तो नहीं कह रहा जी, तुसीं पुलिस डिपार्टमेंट च 200 ही दे दिओ, 100 ही फड़ा दिओ, दे जाओ कुछ ना। ये हुण सरकारां जो मर्जी करी जान, पर हरेक नूं ये डन भरना पैना। आपां नूं किसे नूं करोना होवे या ना होवे, पर साध संगत ये लोग अपना पेट भरनगे। सो कारण संगत जी, दुनिया नूं असी डरा के धमका के अपनी पावर वरत के कुछ भी कर सकते हैं। नहीं तो हरमंदर साहब साध संगत उत्थे कोई टैंक चढ़ा सकता सी, जिथे 8 पैर बाणी कीर्तन। ठीक है कि महापुरखों ने उत्थे मोर्चा लाया, उन्होंने जगह चुनी, परंतु साध संगत फिर भी वो महापुरख नेमी प्रेमी भजनीक जिन्ने भी उन्होंने जुझारू सिंह भजन सिमरन पाठ करन वाले विद्या पढ़न वाले, पर सरकारां दी जो मन आई आ वो ही करी जान, कोई भी ना बोले। सो ये महाराज सिंह जी बाबा जी जेड़े सन, ये भी फिर साध संगत जदों सत्त ते अड़े रहे, फिर इन्हों सरकारां ने फड़ लिया। सो आहुतियां दे दित्तियां महापुरखां ने। अज इन्हां दे इतिहास असी याद करते हैं। जिथे जिथे महापुरख बैठे उत्थे गुरुद्वारे बने। बाबा वीर सिंह जी महापुरखां दे किन्ने गुरुद्वारे बने ने, जिथे भी देखो उत्थे बाबा जी बाबा वीर सिंह जी का इतिहास याद किया जाता है। सो परोपकारी सन। 50 सिपाही लैके जैमल सिंह थानेदार 15 जून 1847 नूं बाबा जी के स्थान ते अमृतसर आया, पर बाबा जी पहला ही पत्रावाज चुके सन। गुस्से विच थानेदार ने बाबा जी की निगरानी लई नियत कीते जीवन सिंह पुलसीए नूं गिरफ्तार कर लिया। बाबा जी नूं इसने भजाया, बाबा जी ने इसने ही बाबा जी नूं तोरिया सी। जीवन सिंह नूं उस वेले छड्डिया गया जद उसने बाबा जी नूं गिरफ्तार कराउण दा विश्वास दवाया। गोरा शाही ने हुक्म किया कि जो बाबा जी नाल संपर्क रखेगा, पनाह देवेगा, उसका घर घाट जायदाद जगीर जब्त की जाएगी। बाबा जी की गिरफ्तारी लिए 1000 रुपये का इनाम रखा गया, जो मगरों 10,000 कर दिता गया। 23 जून 1847 नूं सरदार लहणा सिंह मजीठीए नूं हुक्म दिता गया कि वह अमृतसर जाके बाबा जी की कुल संपत्ति माल डंगर नीलाम कर देन। सरदार लहणा सिंह ने 6000 रुपये विच सारी जायदाद की नीलामी कर दी। गऊआं मझां घोड़े शहर के ग्रंथियां ते निहंगां ਸਿੰਘਾਂ विच वंड दिते गए। लाहौर के नज़दीक एक बार बरूद फट गया सी। गोरा शाही ने एक कारा भी बाबा महाराज सिंह जी का समझिया।
ਅਤੇ ਹੁਕਮ ਚਾੜਿਆ ਗਿਆ ਕਿ ਬਾਬਾ ਮਹਾਰਾਜ ਸਿੰਘ ਜੀ ਨਾਲ ਸੰਬੰਧ ਰੱਖਣ ਵਾਲਿਆਂ ਦੇ ਨੱਕ ਅਤੇ ਕੰਨ ਕੱਟ ਦਿੱਤੇ ਜਾਣ। ਸਾਧ ਸੰਗਤ, ਇੰਨੀਆਂ ਮੁਸ਼ਕਲਾਤਾਂ ਦਾ ਸਾਹਮਣਾ ਕਰਦੇ ਹੋਏ ਮਹਾਂਪੁਰਖ ਫਿਰ ਵੀ ਆਪਣੇ ਮੁਰਸ਼ਦ ਨਾਲ ਅੰਦਰੋਂ ਜੁੜੇ ਰਹੇ। ਅੰਗਰੇਜ਼ ਬਾਬਾ ਜੀ ਦੇ ਪ੍ਰਭਾਵ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਫਰੰਗੀ ਨੂੰ ਇਹ ਵੀ ਸ਼ੱਕ ਸੀ ਕਿ ਮਹਾਰਾਣੀ ਜਿੰਦਾਂ ਅਤੇ ਬਾਬਾ ਮਹਾਰਾਜ ਸਿੰਘ ਮਿਲ ਕੇ ਗੋਰਾਸ਼ਾਹੀ ਵਿਰੁੱਧ ਜੰਗ ਆਰੰਭ ਕਰਨਾ ਚਾਹੁੰਦੇ ਹਨ। ਇਸ ਕਰਕੇ 19 ਅਗਸਤ 1847 ਈਸਵੀ ਵਿੱਚ ਮਹਾਰਾਣੀ ਨੂੰ ਕੈਦ ਕਰਕੇ ਸ਼ੇਖੂਪੁਰੇ ਦੇ ਕਿਲੇ ਵਿੱਚ ਬੰਦ ਕਰ ਦਿੱਤਾ। ਬਾਬਾ ਜੀ ਦੀ ਸਰਗਰਮੀ ਵੇਖ ਕੇ ਕੁਝ ਆਦਮੀ 100 ਸਾਖੀ ਦੇ ਆਧਾਰ 'ਤੇ ਪਿੰਡਾਂ ਵਿੱਚ ਕਹਿਣ ਲੱਗ ਪਏ ਕਿ ਗੋਰਿਆਂ ਦਾ ਰਾਜ ਖਤਮ ਹੋਣ ਵਾਲਾ ਹੈ। ਪਿੰਡਾਂ ਵਿੱਚ ਇਸ ਪ੍ਰਚਾਰ ਦਾ ਬੜਾ ਅਸਰ ਹੋਇਆ। ਪ੍ਰਚਾਰ ਕਰਨ ਵਾਲੇ ਵਿਅਕਤੀਆਂ ਵਿੱਚੋਂ ਜੀਵਨ ਸਿੰਘ, ਬੁੱਧ ਸਿੰਘ, ਚੇਤ ਸਿੰਘ ਫੜ ਕੇ ਕਾਲੇ ਪਾਣੀ ਭੇਜੇ ਗਏ। ਸੋ ਇਸ ਪ੍ਰਕਾਰ ਸਾਧ ਸੰਗਤ ਦੇਖੋ, ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹੀਦੀ ਹੋਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਂ 'ਤੇ ਹੀ ਸਾਧ ਸੰਗਤ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅਵਤਾਰ ਜਦੋਂ ਹੋਇਆ, ਉਹਨਾਂ ਦੇ ਕਮਰੇ 'ਚ ਸੱਪ ਛੱਡ ਦਿੱਤਾ। ਜਿਹੜੀ ਉਹ ਦਾਈ ਸੀ, ਅਸਥਨਾ ਨੂੰ ਜ਼ਹਿਰ ਲਗਾ ਕੇ ਉਹ ਦੁੱਧ ਦੇ ਰਹੀ ਹੈ, ਮਾਰਨਾ ਚਾਹੁੰਦੀ ਹੈ, ਜਿਵੇਂ ਪੂਤਨਾ ਨੇ ਕੀਤਾ ਕ੍ਰਿਸ਼ਨ ਭਗਵਾਨ ਜੀ ਨਾਲ। ਮਤਲਬ ਕੀ ਕੁਛ ਕਰਦੇ ਰਹੇ। ਪਰ ਜਿੰਨੇ ਵੀ ਰੱਬ ਦੇ ਪਿਆਰੇ ਅਵਤਾਰੀ ਪੁਰਖ, ਮਹਾਂਪੁਰਖ ਸਾਧ ਸੰਗਤ, ਉਹ ਅੱਜ ਵੀ ਜੀਵਤ ਨੇ। ਉਹਨਾਂ ਦਾ ਅੱਜ ਵੀ ਨਾਮ ਲਈਏ, ਇਤਿਹਾਸ ਪੜ੍ਹੀਏ ਤਾਂ ਮਨ ਨੂੰ ਸ਼ਾਂਤੀ ਮਿਲਦੀ ਹੈ। ਜਿਨ੍ਹਾਂ ਦੀਆਂ ਜ਼ਿੰਦਗੀਆਂ ਕੁਟਲ ਰਹੀਆਂ, ਉਹ ਪਤਾ ਨਹੀਂ ਕਿਹੜੇ ਨਰਕਾਂ ਦੇ ਵਿੱਚ ਸੜਦੇ ਤੇ ਜਲਦੇ ਰਹਿੰਦੇ ਨੇ। ਅਗਲਾ ਪ੍ਰਸੰਗ ਆਪਾਂ ਕੱਲ੍ਹ ਪੜ੍ਹਾਂਗੇ। ਸਾਰੀ ਸੰਗਤ ਦਾ ਧੰਨਵਾਦ ਜੀ। ਮੈਂ ਹਮੇਸ਼ਾ ਪੜ੍ਹਦਿਆਂ ਮਹਾਂਪੁਰਖਾਂ ਦੀਆਂ ਜੀਵਨੀਆਂ, ਸਾਧ ਸੰਗਤ, ਸਾਰੀ ਜ਼ਿੰਦਗੀ ਜਿੰਨੀ ਕੁ ਮੇਰੀ 62 ਸਾਲ ਦੀ ਉਮਰ ਹੈ, 40-42 ਸਾਲ ਦੀ ਉਮਰ ਮਹਾਂਪੁਰਖਾਂ ਦੇ ਵਿੱਚ ਬੀਤੀ, ਪਰ ਬਚਪਨ ਤੋਂ ਵੀ ਸਾਧੂਆਂ ਦੀ ਸੰਗਤ ਵਿੱਚ ਹੀ ਰਹੇ ਹਾਂ। ਛੋਟੀ ਜਿਹੀ ਉਮਰ ਤੋਂ ਲੈ ਕੇ ਅੰਮ੍ਰਿਤਸਰ ਦੇ ਵਿੱਚ ਕਿਤਨੇ ਪੁਰਾਤਨ ਮਹਾਤਮਾਵਾਂ ਦੇ ਦਰਸ਼ਨ ਗੁਰੂ ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਕਿਰਪਾ ਦੁਆਰਾ ਹੁੰਦੇ ਰਹੇ। ਸੋ ਅੰਦਰ ਇੱਕ ਸਾਧ ਸੰਗਤ ਇਸ਼ਕ ਹੈ ਸਾਧੂਆਂ ਪ੍ਰਤੀ ਕਿ ਵਾਕਿਆ ਹੀ ਕਮਾਈ ਵਾਲਿਆਂ ਦਾ ਜੀਵਨ ਪੜ੍ਹੀਏ, ਸੁਣੀਏ ਤੇ ਸਾਧ ਸੰਗਤ ਆਪਾਂ ਦੇ ਅੰਦਰ ਚੜ੍ਹਦੀ ਕਲਾ ਬਣਦੀ ਹੈ। ਮੈਂ ਪਿੰਡਰਾਂ ਵਾਲੇ ਮਹਾਂਪੁਰਖਾਂ ਦਾ ਬਹੁਤ ਸੁਣਦਾ ਰਿਹਾ ਵਕਤਵ, ਤੇ ਜਦੋਂ ਸੁਣਨਾ ਅੰਦਰ ਜੋਸ਼ ਆਉਣਾ, ਬੜਾ ਕਹਿਣਾ ਵੀ ਅਸੀਂ ਵੀ ਜੁਝਾਰੂ ਸਿੰਘਾਂ ਵਿੱਚ ਸ਼ਹੀਦੀ ਪਾਉਣੀ ਆ। ਜੇਲ੍ਹ ਵਿੱਚ ਵੀ ਮੈਂ ਗਿਆ ਜਦੋਂ ਮੋਰਚਾ ਲੱਗਿਆ ਸੰਤਾਂ ਦੇ ਟਾਈਮ 'ਤੇ। ਸੋ ਕਹਿਣ ਤੋਂ ਮੁਰਾਦ ਹੈ ਕਿ ਸਾਧ ਸੰਗਤ ਅੱਜ ਸਾਡੇ ਕਵੀਸ਼ਰ, ਢਾਡੀ, ਪ੍ਰਚਾਰਕ, ਰਾਗੀ, ਗ੍ਰੰਥੀ ਜਿੰਨੇ ਵੀ ਨੇ, ਇਹ ਸਾਰੇ ਹੀ ਸਾਡੀ ਵਿਰਾਸਤ ਨੇ। ਗ੍ਰੰਥੀਆਂ ਨੇ ਪਾਠ ਕਰਕੇ ਸੁਣਾਉਣੇ, ਰਾਗੀਆਂ ਨੇ ਕੀਰਤਨ ਕਰਨਾ, ਹੈ ਜੀ, ਪ੍ਰਚਾਰਕਾਂ ਨੇ ਪ੍ਰਚਾਰ ਕਰਨਾ, ਢਾਡੀਆਂ ਨੇ ਬਾਹੂਬਲ ਪੈਦਾ ਕਰਨੇ, ਕਵੀਸ਼ਰਾਂ ਨੇ ਵੀ ਸਾਧ ਸੰਗਤ ਵਾਰਾਂ ਸੁਣਾ ਕੇ ਬਾਹੂਬਲ ਪੈਦਾ ਕਰਨੇ। ਪਰ ਨਮੋਸ਼ੀ ਉੱਥੇ ਆਉਂਦੀ ਹੈ ਕਿ ਜਦੋਂ ਮਾਇਆ ਤੇ ਵਿਕ ਜਾਂਦੇ ਨੇ। ਛੋਟੀ ਜ਼ਬਾਨ ਵੱਡੀ ਗੱਲ ਸਾਧ ਸੰਗਤ, ਪਰ ਫਿਰ ਵੀ ਇਹਨਾਂ ਕਰਕੇ ਇਤਿਹਾਸ ਪ੍ਰਚਾਰਿਆ ਜਾਂਦਾ ਹੈ। ਵਾਹਿਗੁਰੂ ਕਿਰਪਾ ਕਰਨ, ਨਿਤਨੇਮੀ ਪ੍ਰੇਮੀ ਧਰਮ ਦਾ ਪ੍ਰਚਾਰ ਕਰਨ, ਸੰਗਤਾਂ ਜੁੜੀਆਂ ਰਹਿਣ। ਗੁਰੂ ਨਾਨਕ ਕਲਗੀਧਰ ਸੱਚੇ ਪਾਤਸ਼ਾਹ 10 ਪਾਤਸ਼ਾਹਾਂ ਦਾ ਜੀਵਨ ਬੜਾ ਹੀ ਵਿਚਿੱਤਰ, ਬਹੁਤ ਵਿਚਿੱਤਰ ਸਾਗਰ ਹੈ। ਪਰ ਇਹਨਾਂ ਦੀ ਸਿੱਖੀ, ਸਾਧੂ ਜਿਤਨੇ ਵੀ ਹੋਏ, ਉਹਨਾਂ ਦਾ ਵੀ ਵਿਸ਼ਾਲ ਇਤਿਹਾਸ ਹੈ। ਆਪ ਜੀ ਸਰਵਣ ਕਰਦੇ ਰਹੋ, ਸਾਰੀ ਜ਼ਿੰਦਗੀ ਲੰਘ ਜਾਏ, ਕਮਾਈ ਵਾਲਿਆਂ ਦੀਆਂ ਪੁਸਤਕਾਂ ਤੇ ਪੋਥੀਆਂ ਤੇ ਗ੍ਰੰਥ ਮੁੱਕਣ 'ਚ ਕਦੇ ਨਹੀਂ ਆਉਣਗੇ। ਆਪ ਜੀ ਨੂੰ ਯਾਦ ਹੈ ਕਿ 2 ਸਾਲ ਪਹਿਲੇ ਗਿਆਨੀ ਗੁਰਜੰਟ ਸਿੰਘ ਜੀ ਪਟਿਆਲਾ, ਹੁਣ ਵੀ ਮੀਆਂਵਿੰਡ ਆਏ ਸੀ, ਅਸੀਂ ਉਹਨਾਂ ਨੂੰ ਬੁਲਾਇਆ ਸੀ।
बड़े छोटी उम्र दे ने, बड़े विद्वान ने। वो कहते सी भी बहुत वड्डा मेरे कोल एक हाल कमरा है जिहदे विच बहुत पुरातन मैं ग्रंथ रखे हुए ने, बहुत ग्रंथां की मैं स्टडी करता रहना, पर मैं इन्हों कई बारी वेखदा कि कमाई वालियां दी किड्डी कमाई है, असी इस नूं कई जिंदगियां ला दईए तो इस ज्ञान समग्र नूं पढ़ नहीं सकते। तो जे असी इस ते स्थिति करनी होवे तो फिर पता नहीं किन्ने सैकड़े जन्म लग जाण। सो इस करके कमाई वालियां दे बचन सुनने, उन्हां दी संगत करनी, साडा इहदे नाल लोक ते परलोक सुधरदा है। संगत दा धन्नवाद। जिन्नी संगत इस वेले लाइव सुन रही है, घरां च बैठे, कम्मां कारां च, गड्डियां मोटरां च, जिथे भी तुसी बैठे सुन रहे हो, मैं सब दा तह दिलों धन्नवादी हाँ। आप जुड़ते हो, होरनां नूं जोड़ते हो, कमाइयां करते हो, अच्छियां कमाइयां करो, वंड के छको, नाम जपो, गुरसिखी जीवन जियो। नानक नाम चढ़दी कला, तेरे भाणे सरबत दा भला। सारी संगत फतेह बुलाओ। वाहिगुरु जी का खालसा, वाहिगुरु जी की फतेह। सत श्री अकाल।